ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਨਾਮ ਬੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਲਲਿਤ ਪਦ ਚੰਦ ਵੀਰ ਸਿੰਘ ਜਸਪਾਲੀ ਆਨੁਜ ਪੁਨ ਮੰਡਸ ਪਤੀ ਆਇਓ ਸਿਵਰ ਕਰੇ ਕੈ ਲੂਰ ਦੂਨ ਮੈਂ ਬਹੁ ਸਨਮਾਨ ਕਰਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਵੈਰਾਗ ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਧਰਮ ਧੁਰੰਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਦਰਬਾਰ ਅੰਦਰ ਨਤਮਸਤਕ ਹੋ ਰਹੀ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਇਤਿਹਾਸ ਦੀ ਲੜੀਵਾਰ ਕਥਾ
ਬਹੁਤ ਹੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਜੀ ਨੇ ਭਾਈ ਜੋਗਾ ਸਿੰਘ ਦੀ ਪੱਤ ਰੱਖੀ ਹੈ, ਆਪਣੇ ਬਿਰਧ ਬਾਣੇ ਦੀ ਲਾਜ ਸੁਆਮੀ ਗੁਰੂ ਕਲਗੀਧਰ ਨੇ ਰੱਖੀ। ਸਿੰਘ ਗੁਰੂ ਚਰਨਾਂ ਚ ਰਜੋਈ ਕਰਦੇ ਹਨ, ਹੇ ਬਾਜਾਂ ਵਾਲੇ ਕਲਗੀਧਰ ਸੁਆਮੀ ਰੱਖਿਓ ਬਿਰਧ ਬਾਣੇ ਦੀ ਲਾਜ। ਮਹਾਰਾਜ ਆਪਣੇ ਬਿਰਧ ਦੀ ਔਰ ਆਪਣੇ ਬਾਣੇ ਦੀ ਲਾਜ ਰੱਖਿਓ। ਬਿਰਧ ਵੀ ਤੁਹਾਡਾ ਤੇ ਬਾਣਾ ਵੀ ਤੁਹਾਡਾ ਹੈ। ਭਾਈ ਜੋਗਾ ਸਿੰਘ ਦੀ ਲਾਜ ਮਹਾਰਾਜ ਜੀ ਨੇ ਰੱਖੀ ਹੈ। ਸਿੰਘਾਂ ਵਿੱਚ ਵਾਕ ਪ੍ਰਗਟ ਹੋਇਆ ਹੈ। ਭਾਈ ਜੋਗਾ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਕੁਝ ਸਮਾਂ ਗਿਆਨ ਨੂੰ ਪ੍ਰਾਪਤ ਹੋ ਕੇ ਸਤਿਗੁਰਾਂ ਦੇ ਹੁਕਮ ਨਾਲ ਵਾਪਸ ਪੇਸ਼ਾਵਰ ਗਏ ਨੇ, ਜਾ ਕੇ ਗ੍ਰਸਥ ਧਰਮ ਨੂੰ ਧਾਰਨ ਕੀਤਾ ਹੈ। ਔਰ ਕਈ ਵਾਰ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਹਾਜ਼ਰ ਹੁੰਦੇ ਨੇ। ਇਧਰ ਪਹਾੜੀ ਰਾਜੇ ਆਨੰਦਪੁਰ ਸਾਹਿਬ ਦੇ ਜੰਗ ਦੇ ਦੌਰਾਨ ਹਾਰ ਕੇ ਮੁੜੇ ਨੇ, ਜਿਹੜੇ ਜ਼ਖਮੀ ਸਨ ਉਹਨਾਂ ਦੇ ਜ਼ਖਮ ਸੀਤੇ ਗਏ। ਘਮੰਡ ਚੰਦ ਵਰਗਿਆਂ ਦੇ, ਕਟੋਚੀਏ ਰਾਜੇ ਵਰਗਿਆਂ ਦੇ। ਭੀਮ ਚੰਦ ਦਾ ਬੜਾ ਅਪਮਾਨ ਹੋ ਰਿਹਾ, ਅਪਜਸ ਹੋ ਰਿਹਾ ਹੈ। ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਤਿਗੁਰ ਖੇਮਾ ਤਾਣਿਆ ਜੂਤ ਸਮਾਣੇ। ਮਹਾਰਾਜ ਜੀ ਦੀ ਸੋਭਾ, ਸਤਿਗੁਰਾਂ ਦੀ ਵਡਿਆਈ ਪੂਰੇ ਸੰਸਾਰ ਦੇ ਵਿੱਚ ਉਜਾਗਰ ਹੋ ਰਹੀ ਹੈ। ਸਹਿਜ ਚੰਦੋਆ ਮਹਾਰਾਜ ਜੀ ਦਾ ਤਣਿਆ ਹੋਇਆ। ਭੀਮ ਚੰਦ ਤੇ ਪਹਾੜੀਆਂ ਕੋਲੋਂ ਮਹਾਰਾਜ ਜੀ ਦੀ ਸੋਭਾ ਬਰਦਾਸ਼ਤ ਨਹੀਂ ਹੁੰਦੀ, ਤੋ ਭੀਮ ਚੰਦ ਨੇ ਪਹਾੜੀ ਰਾਜਿਆਂ ਦੀ ਮੀਟਿੰਗ ਸੱਦੀ ਹੈ। ਬਹੁਤ ਸਾਰੇ ਰਾਜੇ ਰਿਆਸਤਾਂ ਵਿੱਚੋਂ ਚੱਲ ਕੇ ਭੀਮ ਚੰਦ ਦੇ ਸੱਦੇ ਤੇ ਇਹਦੇ ਕੋਲ ਆ ਰਹੇ ਨੇ। ਇਹ ਮਲੇਛ ਸਭਾ ਇਕੱਠੇ ਹੋ ਕੇ ਜਿਵੇਂ ਆਪਣਾ ਮਤਾ ਪਕਾ ਰਹੇ ਨੇ, ਕਿਉਂਕਿ ਮਲੇਛਾਂ ਨੇ ਤਾਂ ਮਲੇਛਤਾਈ ਦਾ ਹੀ ਮਤਾ ਪਕਾਉਣਾ। ਆਓ ਮਨ ਬਿਰਤੀਆਂ ਕਲਗੀਧਰ ਜੀ ਦੇ ਚਰਨਾਂ ਨਾਲ ਜੋੜ ਕੇ ਸਤਿਗੁਰੂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆ, ਆਪਣੀ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਲਿਤ ਪਦ ਚੰਦ ਵੀਰ ਸਿੰਘ ਜਸਪਾਲੀ ਆਜ। ਰਾਜਾ ਵੀਰ ਸਿੰਘ ਜਸਪਾਲੀ, ਇਹ ਰਾਜੇ ਜਸਪਾਲੀ ਦਾ ਛੋਟਾ ਭਰਾ ਸੀ। ਅਨੁਜ, ਅਨੁਜ ਦਾ ਮਤਲਬ ਹੁੰਦਾ ਛੋਟਾ ਭਰਾ। ਇਹ ਰਾਜੇ ਜਸਪਾਲੀ ਦਾ ਛੋਟਾ ਭਰਾ, ਇਹਦਾ ਨਾਮ ਵੀਰ ਸਿੰਘ ਹੈ। ਪੁਨ ਮੰਡਸਪਤੀ ਆਇਓ, ਇਹਦੇ ਨਾਲ ਮੰਡੀ ਦਾ ਰਾਜਾ, ਕਿਉਂਕਿ ਭੀਮ ਚੰਦ ਦਾ ਸੱਦਾ ਸੀ, ਸਾਰੇ ਰਾਜਿਆਂ ਨੂੰ ਆਉਣਾ ਪੈਣਾ ਸੀ, ਤੋ ਮੰਡੀ ਦਾ ਰਾਜਾ ਵੀ ਇਹਦੇ ਨਾਲ ਚੱਲ ਕੇ ਆਇਆ। ਬਿਲਾਸਪੁਰ ਭੀਮ ਚੰਦ ਦੀ ਰਾਜਧਾਨੀ, ਕਹਿਲੂਰ ਦੀ ਰਾਜਧਾਨੀ ਅੰਦਰ। ਸਿਵਰ ਕਰੇ ਕਹਿਲੂਰ ਦੂਨ ਮੈਂ, ਕਹਿਲੂਰ ਦੀ ਦੂਣ ਦੇ ਵਿੱਚ ਆ ਕੇ ਰਾਜਿਆਂ ਨੇ ਆਪੋ ਆਪਣੀਆਂ ਥਾਵਾਂ ਮੱਲ ਕੇ ਡੇਰੇ ਕੀਤੇ ਨੇ, ਸਿਵਰ ਕੀਤੇ ਹਨ। ਬਹੁਤ ਸਨਮਾਨ ਕਰਾਇਓ, ਭੀਮ ਚੰਦ ਨੇ ਆਏ ਹੋਏ ਰਾਜਿਆਂ ਦਾ ਬੜਾ ਸਨਮਾਨ ਕੀਤਾ ਹੈ। ਆਪਣੇ ਵਜ਼ੀਰ, ਅਹਿਲਕਾਰ, ਮੰਤਰੀ ਭੇਜ ਕੇ ਆਏ ਹੋਏ ਰਾਜਿਆਂ ਦਾ ਅਦਬ ਕੀਤਾ ਹੈ। ਅਗਲੇ ਦਿਵਸ ਸਭਾ ਕਰ ਇਕੱਠੇ, ਜਦੋਂ ਸਾਰੇ ਰਾਜੇ ਇਕੱਠੇ ਹੋ ਗਏ ਤੋ ਅਗਲੇ ਦਿਨ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਸਾਰੇ ਰਾਜਿਆਂ ਨੂੰ ਬੁਲਾਇਆ। ਸਾਰੇ ਰਾਜਿਆਂ ਨੂੰ ਇਕੱਠਿਆਂ ਕਰਕੇ ਮਜਲਿਸ ਰੱਖੀ। ਲੈ ਲੈ ਨਿਜ ਪ੍ਰਧਾਨਾ, ਜਿੰਨੇ ਰਾਜੇ ਸਨ ਸਾਰੇ ਆਪੋ ਆਪਣੇ ਪ੍ਰਧਾਨ ਵਜ਼ੀਰਾਂ ਨੂੰ ਲੈ ਕੇ ਰਾਜਾ ਹੰਡੂਰੀਆ, ਰਾਜਾ ਕਟੋਚੀਆ, ਰਾਜਾ ਜਸਪਾਲੀ, ਰਾਜਾ ਮੰਡੀ, ਇਸ ਤਰ੍ਹਾਂ ਬਹੁਤ ਸਾਰੇ ਰਾਜੇ ਆਪੋ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਭੀਮ ਚੰਦ ਦੀ ਸਭਾ ਵਿੱਚ ਆਏ ਹਨ। ਖੜਗ ਸਿਪਰ ਤਰਕਸ਼ ਧਨੁਖ ਧਰ ਕਰ, ਸਾਰੇ ਰਾਜਿਆਂ ਨੇ, ਵਜ਼ੀਰਾਂ ਨੇ, ਸੈਨਾਪਤੀਆਂ ਨੇ ਗਾਤਰੇ 'ਚ ਤਲਵਾਰਾਂ, ਮੋਢਿਆਂ ਤੇ ਤੀਰਾਂ ਦੇ ਪੱਥੇ ਔਰ ਸ਼ਸਤਰ ਧਾਰਨ ਕਰਕੇ ਸ਼ਸਤਰਧਾਰੀ ਹੋ ਕੇ ਆਏ ਹਨ। ਚਮੂ ਸੁਪਟ ਸੰਗ ਬਾਨਾ, ਬਹੁਤ ਸਾਰੀ ਚਮੂ ਕਹਿੰਦੇ ਨੇ ਫੌਜ ਨੂੰ, ਬਹੁਤ ਸਾਰੀਆਂ ਫੌਜਾਂ ਇਹਨਾਂ ਰਾਜਿਆਂ ਦੇ ਨਾਲ ਨੇ
ਜਿਨ੍ਹਾਂ ਨੇ ਸ਼ਸਤਰਧਾਰੀ ਬਾਣਾ ਧਾਰਨ ਕੀਤਾ ਹੋਇਆ ਹੈ। ਫਰਸ਼ ਵਿਸਾਲੇ ਗਿਲਮ ਗਲੀਚੇ। ਰਾਜੇ ਭੀਮ ਚੰਦ ਨੇ ਸਾਰੇ ਰਾਜਿਆਂ ਦੇ ਆਉਣ ਤੋਂ ਪਹਿਲਾਂ ਆਪਣੀ ਸਭਾ ਨੂੰ ਸਜਾਉਣ ਦਾ ਹੁਕਮ ਕੀਤਾ ਹੈ। ਬੜੇ ਬੜੇ ਸੋਹਣੇ ਗਿਲਮ ਗਲੀਚੇ ਫਰਸ਼ ਵਿਛਾਏ ਗਏ। ਸਾਰੇ ਰਾਜਿਆਂ ਦੇ ਬੈਠਣ ਵਾਸਤੇ ਸੋਹਣੇ ਆਸਣ ਗੱਦੀਆਂ ਲਾਈਆਂ ਗਈਆਂ। ਹੀਮ ਛਰੀ ਤਾਰੇ ਆਗੇ। ਔਰ ਸੋਨੇ ਦੀਆਂ ਛੜੀਆਂ ਪਕੜ ਕੇ, ਚੋਭਾਂ ਪਕੜ ਕੇ ਜਿਹੜੇ ਚੋਬਦਾਰ ਨੇ ਉਹ ਅੱਗੇ ਜਾ ਕੇ ਰਾਜਿਆਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਅਦਬ ਕਰਦਿਆਂ ਲੈ ਕੇ ਆਉਂਦੇ ਹਨ। ਬੈਠਿਓ ਭੀਮ ਚੰਦ ਸਨਮਾਨਤ। ਰਾਜਾ ਭੀਮ ਚੰਦ ਆ ਕੇ ਬੈਠਾ, ਆਏ ਹੋਏ ਸਾਰੇ ਰਾਜਿਆਂ ਦਾ ਸਨਮਾਨ ਕਰਦਾ ਹੈ। ਕਹੇ ਮధుਰਤਾ ਪਾਗੇ। ਔਰ ਬੜੀ ਮਧੁਰਤਾ ਨਾਲ ਬੜੇ ਮਿੱਠੇ ਮਿੱਠੇ ਬੋਲ ਭੀਮ ਚੰਦ ਬੋਲਦਾ, ਰਾਜਿਆਂ ਦਾ ਅਦਬ ਕਰਦਾ, ਸਤਿਕਾਰ ਕਰਦਾ ਤੇ ਬਿਠਾਉਂਦਾ ਹੈ। ਰਿਓ ਆਨੰਦਪੁਰ ਸੱਲਿਆ ਸੋ ਛਾਤੀ। ਕਹਿਣ ਲੱਗਾ ਸ੍ਰੀ ਆਨੰਦਪੁਰ ਸਾਹਿਬ ਦਾ ਜਿਹੜਾ ਸੱਲ ਸੀ ਸਾਡੀ ਛਾਤੀ ਦੇ ਵਿੱਚ, ਉਹ ਤਾਂ ਉਸੇ ਤਰ੍ਹਾਂ ਹੀ ਰਹਿ ਗਿਆ। ਇਹ ਜਿਹੜਾ ਬੜਾ ਵੱਡਾ ਸੱਲ ਸਾਡੇ ਕਲੇਜੇ 'ਚ, ਸਾਡੀ ਛਾਤੀ ਵਿੱਚ ਸੀ, ਇਹ ਸੱਲ ਸ੍ਰੀ ਆਨੰਦਪੁਰ ਸਾਹਿਬ ਦਾ ਤਾਂ ਉਸੇ ਤਰ੍ਹਾਂ ਮੇਰੀ ਛਾਤੀ ਵਿੱਚ ਹੈ। ਕਰਕਤ ਬਹੁ ਦੁਖ ਦਾਨੀ। ਇਹ ਜਿਹੜਾ ਸੱਲ ਹੈ ਇਹ ਕੜਕਦਾ ਹੈ ਮੇਰੇ ਕਲੇਜੇ ਵਿੱਚ, ਛਾਤੀ ਵਿੱਚ। ਆਨੰਦਪੁਰ ਸਾਹਿਬ ਸੱਲ ਬਣ ਕੇ ਮੇਰੇ ਕਲੇਜੇ 'ਚ ਰੜਕਦਾ ਹੈ ਔਰ ਮੈਨੂੰ ਬੜਾ ਡਾਢਾ ਦੁੱਖ ਦਿੰਦਾ ਹੈ। ਨਹੀਂ ਜਾਮਨੀ ਲੋਚਨ ਨਿੰਦਰਾ। ਇੰਨਾ ਜ਼ਿਆਦਾ ਦੁਖੀ ਹਾਂ ਮੈਂ ਕਿ ਮੈਨੂੰ ਰਾਤ ਨੂੰ ਅੱਖਾਂ ਵਿੱਚ ਨੀਂਦ ਨਹੀਂ ਪੈਂਦੀ। ਰੁਚੇ ਨਾ ਭੋਜਨ ਪਾਣੀ। ਨਾ ਮੈਨੂੰ ਰੋਟੀ ਚੰਗੀ ਲੱਗਦੀ ਹੈ, ਨਾ ਮੈਨੂੰ ਪਾਣੀ ਪੀਣਾ ਚੰਗਾ ਲੱਗਦਾ ਹੈ। ਮਰੇ ਸੰਬੰਧੀ ਕਾਜ ਸਰਿਓ ਨੇ। ਕਿਵੇਂ ਨੀਂਦ ਆਵੇ, ਕਿਵੇਂ ਭੁੱਖ ਲੱਗੇ, ਕਿਵੇਂ ਮੈਂ ਪਾਣੀ ਪੀਵਾਂ, ਮੇਰੇ ਕਿੰਨੇ ਸੰਬੰਧੀ, ਕੱਲੇ ਮੇਰੇ ਨਹੀਂ ਹੈ ਰਾਜੋ, ਤੁਹਾਡੇ ਵੀ ਬਹੁਤ ਸਾਰੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਕੇਸਰੀ ਚੰਦ ਵਰਗੇ, ਪਰ ਸਾਡਾ ਕੋਈ ਵੀ ਕੰਮ ਨਹੀਂ ਸੌਰਿਆ, ਕੋਈ ਵੀ ਕੰਮ ਸਾਡਾ ਸਿੱਧ ਨਹੀਂ ਹੋ ਸਕਿਆ। ਧਨ ਬਹੁ ਖਰਚੇ ਹੰਗਾਮੇ। ਔਰ ਬਹੁਤ ਸਾਰਾ ਧਨ ਖਰਚ ਕੇ ਅਸੀਂ ਹੰਗਾਮਾ ਵੀ ਕੀਤਾ, ਚਾਰੇ ਪਾਸੇ ਸ਼ੋਰ ਸ਼ਰਾਬਾ ਪਾਇਆ ਵੀ ਅਸੀਂ ਜੰਗ ਲੜਨ ਚੱਲੇ ਹਾਂ, ਪੈਸਾ ਵੀ ਗਵਾਇਆ ਪਰ ਕੁਝ ਵੀ ਹੱਲ ਨਹੀਂ ਹੋ ਸਕਿਆ। ਚਮੂ ਹਤੀ ਆਦੀ ਨੇ ਰਹਿ ਗਈ। 3 ਲੱਖ ਫੌਜ ਲੈ ਕੇ ਗਏ ਸੀ, ਜਿਹਦੇ ਚੋਂ ਅੱਧੀ ਫੌਜ ਮਰਵਾ ਕੇ ਵਾਪਸ ਮੁੜੇ ਹਾਂ ਆਪਾਂ, ਤੇ ਅੱਧੀ ਫੌਜ ਯਾਨੀ ਕਿ 1.5 ਲੱਖ ਬੰਦਾ ਜੰਗ ਦੇ ਮੈਦਾਨ 'ਚ ਸਾਡਾ ਮਾਰਿਆ ਗਿਆ ਹੈ। ਸਭ ਪਹੁੰਚੇ ਜਮ ਧਾਮੇ। ਔਰ ਉਹ ਵੱਡੇ ਵੱਡੇ ਸੂਰਮੇ, ਉਹ ਸਾਡੇ ਵੱਡੇ ਵੱਡੇ ਜਰਨੈਲ, ਵਜ਼ੀਰ, ਸੈਨਾਪਤੀ, ਉਹ ਜਮ ਦੇ ਧਾਮ ਪਹੁੰਚ ਗਏ ਹਨ। ਬੋਲਿਓ ਤਬ ਕਮੰਡ ਚੰਦ ਸਭ ਮੈਂ। ਉਸ ਵੇਲੇ ਭੀਮ ਚੰਦ ਨੇ ਜਦੋਂ ਆਪਣਾ ਦੁੱਖ ਦੱਸਿਆ, ਰਾਜਾ ਕਮੰਡ ਚੰਦ ਕਟੋਚੀਆ ਉਹ ਬੋਲਿਆ, ਕੋਲੋਂ ਕਹਿਣ ਲੱਗਾ, ਪੰਮਾ ਤੋਹੇ ਪ੍ਰਧਾਨਾ। ਕਹਿਣ ਲੱਗਾ, ਹੇ ਰਾਜਾ ਭੀਮ ਚੰਦ ਜੀ, ਤੁਹਾਡਾ ਵਜ਼ੀਰ ਸੀ ਪੰਮਾ ਪੁਰੋਹਿਤ ਵਜ਼ੀਰ। ਚਲਨ ਲਗੇ ਜਬ ਆਨੰਦਪੁਰ ਤੇ। ਜਦੋਂ ਆਪਾਂ ਆਨੰਦਪੁਰ ਸਾਹਿਬ ਨੂੰ ਵਾਪਸ ਆਉਣ ਲੱਗੇ ਸੀ, ਜੰਗ ਨੂੰ ਵਿੱਚੇ ਛੱਡ ਕੇ ਵਾਪਸ ਮੁੜਨ ਲੱਗੇ ਸੀ, ਉਸ ਵਕਤ ਪੰਮੇ ਵਜ਼ੀਰ ਨੇ ਸਾਨੂੰ ਸਾਰਿਆਂ ਨੂੰ ਇੱਕ ਗੱਲ ਕਹੀ ਸੀ। ਤਿਨ ਤਬ ਕੀਨ ਬਖਾਨਾ। ਉਹਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਸਾਨੂੰ ਤਸੱਲੀ ਤੇ ਧੀਰਜ ਦੇਂਦਿਆਂ ਇਹ ਗੱਲ ਕਹੀ ਸੀ ਪੰਮੇ ਵਜ਼ੀਰ ਨੇ, ਜਤਨੇ ਆਨੰਦਪੁਰ ਕੋ ਛੁਟਵਾਵਨ। ਉਹ ਕਹਿੰਦਾ ਸੀ ਵੀ ਸ੍ਰੀ ਆਨੰਦਪੁਰ ਸਾਹਿਬ ਗੁਰੂ ਜੀ ਕੋਲੋਂ ਛਡਾਉਣ ਦਾ ਜਿਹੜਾ ਯਤਨ ਹੈ ਉਹ ਮੈਂ ਕਰਾਂਗਾ, ਜੰਗ ਵੀ ਨਹੀਂ ਲੜਨਾ ਪੈਣਾ, ਔਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਛੁਡਾਵਾਂਗਾ, ਉਹਦਾ ਯਤਨ ਮੈਂ ਕਰਾਂਗਾ। ਮੈਂ ਜਾਣਤੋਂ ਆਛੇ। ਉਹਨੇ ਇਹ ਵੀ ਕਿਹਾ ਸੀ ਵੀ ਗੁਰੂ ਜੀ ਕੋਲੋਂ ਆਨੰਦਪੁਰ ਸਾਹਿਬ ਕਿਵੇਂ ਛਡਾਇਆ ਜਾ ਸਕਦਾ ਹੈ, ਇਹ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਮੈਂ ਇਹ ਕੰਮ ਕਰ ਸਕਦਾ ਹਾਂ। ਅਬ ਕਿਉਂ ਮੌਨ ਸਭਾ ਮੈਂ ਬੈਠਿਓ। ਤੇ ਹੁਣ ਉਹ ਪੰਮਾ ਵਜ਼ੀਰ ਚੁੱਪ ਕਰਕੇ ਕਿਉਂ ਬੈਠਾ, ਬੋਲਦਾ ਕਿਉਂ ਨਹੀਂ? ਹੁਣ ਉਹ ਪੰਮਾ ਵਜ਼ੀਰ ਉਹ ਗੱਲ ਕਿਉਂ ਨਹੀਂ ਕਰਦਾ, ਕੂੰਦਾ ਕਿਉਂ ਨਹੀਂ? ਹੁਣ ਸਾਰੇ ਰਾਜਿਆਂ ਨੂੰ ਇਹਨੇ ਧੀਰਜ ਦੇ ਕੇ ਲਿਆਂਦਾ ਸੀ ਵੀ ਤੁਸੀਂ ਚੱਲੋ, ਲੜਨ ਦੀ ਲੋੜ ਨਹੀਂ, ਮੈਂ ਗੁਰੂ ਜੀ ਕੋਲੋਂ ਆਪੇ ਆਨੰਦਪੁਰ ਸਾਹਿਬ ਛੁਡਾਵਾਂਗਾ ਜੰਗ ਕੀਤੇ ਬਿਨਾਂ। ਤੇ ਹੁਣ ਅਸੀਂ ਸਾਰੇ ਬੈਠੇ ਆ ਤੇ ਹੁਣ ਇਹ ਬੋਲਦਾ ਕਿਉਂ ਨਹੀਂ, ਦੱਸਦਾ ਕਿਉਂ ਨਹੀਂ ਵੀ ਕਿਵੇਂ ਛਡਾਵੇਗਾ? ਕਰੇ ਕਹਾ ਮਤ ਪਾਛੇ। ਹੁਣ ਇਹਦਾ ਕੀ ਮਤ ਹੈ,
ਬਾਅਦ ਵਿੱਚ ਇਹਨੇ ਕੀ ਕਰਨਾ ਹੈ? ਕਹੇ ਮੰਤਰ ਸਭ ਸੁਨੋ ਵਿਚਾਰੋ। ਉਸ ਵੇਲੇ ਕਹਿਣ ਲੱਗੇ ਪੰਮੇ ਵਜ਼ੀਰ ਨੇ ਕਿਹਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਮੰਤਰ ਦੱਸਦਾ। ਮੰਤਰ ਦਾ ਮਤਲਬ ਹੁੰਦਾ ਸਲਾਹ ਦੱਸਦਾ। ਤੁਸੀਂ ਉਸ ਸਾਰੇ ਜਣੇ ਸਲਾਹ ਨੂੰ ਵਿਚਾਰੋ ਤੇ ਚੰਗੀ ਤਰ੍ਹਾਂ ਘੋਖੋ। ਉਚਿਤ ਹੋਏ ਕਰ ਲੀਜੈ। ਜੇ ਤੁਹਾਨੂੰ ਚੰਗਾ ਲੱਗੇ ਤੇ ਇਹ ਕੰਮ ਕਰ ਲਵੋ। ਜਿਉ ਕਿਉ ਕਰ ਸਤਿਗੁਰੂ ਨਿਕਾਰੋ। ਉਹ ਕਹਿੰਦੇ ਸਾਨੂੰ ਤਾਂ ਇਹ ਯਤਨ ਕਰਨਾ ਚਾਹੀਦਾ ਵੀ ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਆਪਾਂ ਕੱਢਣਾ। ਮੁੜ ਕੇ ਭਾਵੇਂ ਫੇਰ ਆ ਜਾਣ ਕੋਈ ਗੱਲ ਨਹੀਂ, ਪਰ ਇੱਕ ਵਾਰ ਜਿਹੜਾ ਅਸੀਂ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ ਹੈ। ਸਭ ਕੀ ਆਸ ਪੂਰੀ ਜੈ। ਇਹਦੇ ਨਾਲ ਪੰਮੇ ਵਜ਼ੀਰ ਨੇ ਜੇ ਸਲਾਹ ਦੇਵੇਗਾ ਤੇ ਸਾਡੇ ਸਾਰੇ ਰਾਜਿਆਂ ਦੀ ਆਸ ਪੂਰੀ ਹੋਵੇਗੀ। ਬਿਨਾ ਲਰਨ ਤੇ ਨਿਕਸੈ ਜੈਸੇ। ਇਹ ਤਾਂ ਬੜਾ ਵਧੀਆ ਕੰਮ ਹੈ। ਉਹਦਾ ਲੜ ਕੇ ਤਾਂ ਨਹੀਂ ਆਪਾਂ ਗੁਰੂ ਜੀ ਨੂੰ ਕੱਢ ਸਕਦੇ ਆਨੰਦਪੁਰ ਸਾਹਿਬ ਤੋਂ, ਪਰ ਜੇ ਸਾਡੇ ਬਿਨਾਂ ਲੜਾਈ ਕੀਤਿਆਂ ਗੁਰੂ ਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਂਦੇ ਨੇ ਤੇ ਇਹਦੇ ਤੋਂ ਵਧੀਆ ਕੰਮ ਹੋਰ ਕਿਹੜਾ ਹੋ ਸਕਦਾ ਹੈ। ਸੋ ਉਪਾਏ ਹੈ ਨੀਕਾ। ਇਹ ਪੰਮਾ ਵਜ਼ੀਰ ਬੋਲਿਆ, ਕਹਿੰਦਾ ਉਹਦਾ ਮੇਰੇ ਕੋਲ ਇੱਕ ਬੜਾ ਵਧੀਆ ਤਰੀਕਾ ਹੈ। ਕਹਿੰਦਾ ਤੁਹਾਨੂੰ ਲੜਨਾ ਨਹੀਂ ਪਵੇਗਾ, ਤੁਹਾਡੇ ਸਾਰਿਆਂ ਦੇ ਮਨਾਂ ਦੀ ਇੱਛਾ ਪੂਰੀ ਹੋਵੇਗੀ। ਉਹਦੇ ਵਾਸਤੇ ਮੇਰੇ ਕੋਲ ਇੱਕ ਬੜਾ ਵਧੀਆ ਉਪਾਅ ਹੈ। ਜੰਗ ਕਰੈ ਤੇ ਸਰੇ ਨ ਕਾਰਜ। ਜਿਹੜਾ ਕੰਮ ਆਪਾਂ ਜੰਗ ਕੀਤਿਆਂ ਸਿੱਧ ਨਹੀਂ ਕਰ ਸਕੇ, 3 ਲੱਖ ਫੌਜ ਲਿਜਾ ਕੇ ਵੀ ਆਪਣਾ ਉਹ ਕਾਰਜ ਸਿੱਧ ਨਹੀਂ ਹੋ ਸਕਿਆ। ਪਰੈ ਸੋ ਜਸ ਨਿਤ ਫੀਕਾ। ਔਰ ਇਹਦੇ ਨਾਲ ਸਾਡੀ ਸੋਭਾ ਘਟ ਰਹੀ ਹੈ। ਪਹਾੜੀ ਰਾਜਿਆਂ ਦੀ ਵਡਿਆਈ ਵਿੱਚ ਰੋਜ਼ ਘਾਟਾ ਹੋ ਰਿਹਾ। ਲੋਕ ਲਾਹਨਤਾਂ ਤੇ ਤਰਕਾਰਾਂ ਪਾ ਰਹੇ ਹਨ। ਜਿਤੀ ਚਮੂ ਤੁਮ ਅਗਰ ਬਟੋਰੀ। ਜਿੰਨੀ ਫੌਜ ਤੁਸੀਂ ਪਹਿਲਾਂ ਅੱਗੇ ਇਕੱਠੀ ਕੀਤੀ ਸੀ, 3 ਲੱਖ ਬੰਦਾ ਇਕੱਠਾ ਕੀਤਾ ਸੀ, ਤਿਤੀ ਨ ਅਬ ਕਿਮ ਹੋਵੇ। ਤੇ ਉਹ ਫੌਜ ਲਿਜਾ ਕੇ ਵੀ ਤੁਸੀਂ ਹਾਰ ਕੇ ਮੁੜ ਆਏ ਹੋ। ਤੇ ਜੇ ਹੁਣ ਤੁਸੀਂ ਕਹੋ ਵੀ ਦੁਬਾਰਾ ਇੰਨੀ ਫੌਜ ਇਕੱਠੀ ਕਰ ਲਓ, ਉਨੀ ਨਹੀਂ ਇਕੱਠੀ ਕਰ ਸਕਦੇ। 3 ਲੱਖ ਬੰਦਾ ਹੁਣ ਨਹੀਂ ਤੁਹਾਡੇ ਕੋਲ ਇਕੱਠਾ ਹੋ ਸਕਦਾ। ਤੇ ਫਿਰ ਤੁਸੀਂ ਜਾ ਕੇ ਕਿਵੇਂ ਲੜੋਗੇ, ਕਿਵੇਂ ਜੰਗ ਕਰੋਗੇ? ਕਾਤਰ ਪਏ ਨਾ ਮੁਖ ਉਤ ਕਰਤੇ। ਕਿਉਂਕਿ ਜਿਹੜੇ ਰਹਿ ਗਏ ਨੇ ਆਪਣੇ, ਉਹ ਵੀ ਨਹੀਂ ਜਾ ਕੇ ਲੜਨ ਵਾਲੇ। ਉਹ ਵੀ ਇਹੋ ਜਿਹੇ ਕਾਇਰ ਹੋਏ ਨੇ। ਉਹਨਾਂ ਨੂੰ ਜੇ ਪੁੱਛੀਏ ਨਾ ਵੀ ਆਨੰਦਪੁਰ ਸਾਹਿਬ ਚੱਲ ਕੇ ਲੜੋਗੇ, ਤੇ ਉਹ ਮੂੰਹ ਮੋੜ ਕੇ ਪਿੱਛੇ ਚਲੇ ਜਾਂਦੇ। ਕਹਿੰਦੇ ਤੁਸੀਂ ਜਾਓ, ਸਾਡੇ ਨਿੱਕੇ ਨਿੱਕੇ ਨਿਆਣੇ ਰੋਂਦੇ ਐ, ਅਸੀਂ ਨਹੀਂ ਜਾ ਕੇ ਲੜ ਸਕਦੇ ਆਨੰਦਪੁਰ ਸਾਹਿਬ। ਏਦਾਂ ਉਹ ਕਾਇਰ ਤੇ ਗੀਦੀ ਬਣ ਕੇ ਪਿੱਛੇ ਮੂੰਹ ਮੋੜ ਕੇ ਮੁੜ ਜਾਂਦੇ ਨੇ। ਜੰਗ ਵਿੱਚ ਜਾ ਕੇ ਆਨੰਦਪੁਰ ਸਾਹਿਬ ਕਹਿੰਦੇ ਹੋਰ ਕਿਤੇ ਜਾਣਾ ਤਾਂ ਦੱਸੋ, ਅਸੀਂ ਜਾਵਾਂਗੇ, ਪਰ ਆਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਨਾਲ ਨਹੀਂ ਲੜ ਸਕਦੇ। ਇਹ ਗੱਲਾਂ, ਇਹ ਜਵਾਬ ਸਾਡੇ ਜਿਹੜੇ ਸਿਪਾਹੀ ਉੱਥੋਂ ਹਾਰ ਕੇ ਸਾਡੇ ਨਾਲ ਆਏ ਨੇ, ਉਹ ਇਹ ਗੱਲਾਂ ਕਰਦੇ ਨੇ, ਜਵਾਬ ਸਾਨੂੰ ਸੁਣਾਉਂਦੇ ਨੇ। ਮ੍ਰਿਤਕ ਹਜ਼ਾਰੋਂ ਸੋਵੇ। ਹਜ਼ਾਰਾਂ ਬੰਦੇ ਜੰਗ ਦੇ ਮੈਦਾਨ 'ਚ ਸਾਡੇ ਮਰ ਗਏ ਨੇ, ਉੱਥੇ ਹੀ ਸੌ ਗਏ ਨੇ, ਮੁੜ ਕੇ ਵਾਪਸ ਨਹੀਂ ਆਏ। ਸੁਨ ਪੰਮੇ ਸਭ ਬਿਨੈ ਬਖਾਨੀ। ਪੰਮਾ ਵਜ਼ੀਰ ਬੋਲਿਆ, ਪਹਾੜੀ ਰਾਜਿਆਂ ਨੂੰ ਕਹਿਣ ਲੱਗਾ, ਗੁਰੂ ਧਰਮ ਦਿੜ ਧਾਰੀ। ਕਹਿਣ ਲੱਗਾ ਜੀ ਗੁਰੂ ਜੀ ਆਪਣੇ ਧਰਮ ਦੇ ਵਿੱਚ ਬੜੇ ਪੱਕੇ ਨੇ। ਉਹਨਾਂ ਨੇ ਆਪਣਾ ਸਵੈ ਧਰਮ ਬੜਾ ਪ੍ਰਪੱਕ ਤੌਰ ਤੇ ਧਾਰਨ ਕੀਤਾ ਹੋਇਆ। ਉਹ ਧਰਮੀ ਹਨ। ਹਿੰਦੂਆਂ ਵਿਖੇ ਤੇਨ ਕਹਿ ਦਿਜਬਰ। ਸਾਡੇ ਹਿੰਦੂਆਂ ਵਿੱਚ, ਸਾਡੇ ਬ੍ਰਾਹਮਣਾਂ ਦੇ ਵਿੱਚ ਗਊ ਨੂੰ ਅਸੀਂ ਉੱਤਮ ਜਾਣਦੇ ਹਾਂ। ਗਊ ਨੂੰ ਅਸੀਂ ਮਾਤਾ ਰੂਪ ਕਰਕੇ ਜਾਣਦੇ ਹਾਂ, ਉੱਤਮ ਕਰਕੇ ਜਾਣਦੇ ਹਾਂ। ਕਿਸ ਤੇ ਪਰੇ ਨਾ ਪਾਰੀ। ਤੇ ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਬਣਾਣੀ ਹੋਵੇ ਤੇ ਆਪਾਂ ਗਊ ਦੀ ਆਣ ਪਾ ਦਿੰਨੇ ਆ। ਤੇ ਇਹਦੇ ਤੋਂ ਵਧੀਆ ਕੰਮ ਆਪਣੇ ਕੋਲ ਹੋਰ ਕੋਈ ਨਹੀਂ ਹੋ ਸਕਦਾ। ਦੇਹ ਗਊ ਕੀ ਆਨ ਆਨੰਦਪੁਰ। ਆਪਾਂ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਕਿਸੇ ਤਰੀਕੇ ਗੁਰੂ ਜੀ ਨੂੰ ਗਊ ਦੀ ਆਣ ਪਾਈਏ ਤੇ ਆਖੀਏ, ਮਹਾਰਾਜ ਤੁਹਾਨੂੰ ਗਊ ਦੀ ਆਣ ਹੈ, ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਤੇ ਗੁਰੂ ਸਾਹਿਬ ਧਰਮੀ ਨੇ। ਜਦੋਂ ਆਪਾਂ ਗਊ ਰੱਖ ਦਿਆਂਗੇ ਆਟੇ ਦੀ ਬਣਾ ਕੇ ਉੱਥੇ, ਤੇ ਉਹਦੀ ਆਣ ਪਾ ਦਿਆਂਗੇ, ਗੁਰੂ ਸਾਹਿਬ ਨੂੰ ਜਾਣਾ ਹੀ ਪਵੇਗਾ। ਕਿਉਂਕਿ ਉਹਨਾਂ ਦਾ ਧਰਮ ਹੈ ਕਿ ਜਿਹੜਾ ਗਊ ਬਣ ਕੇ ਉਹਨਾਂ ਦੀ ਸ਼ਰਨ ਵਿੱਚ ਆ ਗਿਆ, ਗਊ ਦਾ ਮਤਲਬ ਹੈ ਨਿਤਾਣਾ ਬਣ ਕੇ, ਨਿਮਾਣਾ ਬਣ ਕੇ ਉਹਨਾਂ ਦੀ ਸ਼ਰਨ 'ਚ ਆ ਗਿਆ, ਫਿਰ ਉਹਦੀ ਬੇਨਤੀ ਨੂੰ ਕਬੂਲ ਕਰਦੇ ਨੇ। ਇਹ ਗੁਰੂ ਸਾਹਿਬ ਦਾ ਧਰਮ ਹੈ।
ਹਾਂ, ਜੇ ਕੋਈ ਚੜ ਕੇ ਆਵੇ ਤੇ ਲਾਹ ਕੇ ਭੇਜਦੇ ਆ, ਪਰ ਜੇ ਕੋਈ ਨਿਤਾਣਾ ਤੇ ਨਿਮਾਣਾ ਬਣ ਕੇ ਉਹਨਾਂ ਦੀ ਸ਼ਰਨ 'ਚ ਦੱਸ ਕੇ, ਕਿਉਂਕਿ ਜੰਗ ਦੇ ਮੈਦਾਨ ਵਿੱਚ ਅਸੀਂ ਉਹਨਾਂ ਦਾ ਧਰਮ ਵੇਖਿਆ, ਜਦੋਂ ਲੜਦੇ ਨੇ ਉਹਨਾਂ ਦੇ ਸਿੰਘ ਲੜਦੇ ਨੇ ਜੰਗ ਦੇ ਮੈਦਾਨ ਵਿੱਚ, ਤੇ ਜੇ ਸਾਡੇ ਸੂਰਮਿਆਂ ਨੇ ਕਿਸੇ ਨੇ ਮੂੰਹ 'ਚ ਘਾਹ ਪਾ ਲਿਆ ਤੇ ਹਥਿਆਰ ਸੁੱਟ ਦਿੱਤੇ, ਤੇ ਮੂੰਹ 'ਚ ਘਾਹ ਪਾਇਆ ਵੇਖ ਕੇ ਫਿਰ ਜਿਹਨੇ ਮੂੰਹ 'ਚ ਘਾਹ ਪਾ ਲਿਆ ਉਹਦੇ ਤੇ ਉਹਨਾਂ ਨੇ ਆਪਣੀ ਤਲਵਾਰ ਨਹੀਂ ਚਲਾਈ, ਏਡੇ ਧਰਮੀ ਨੇ। ਸਾਡੇ ਸੂਰਮੇ ਮੂੰਹ 'ਚ ਘਾਹ ਪਾ ਕੇ ਕੀ ਦੱਸਦੇ ਨੇ ਕਿ ਅਸੀਂ ਘਾਹ ਖਾਣ ਵਾਲੀਆਂ ਗਊਆਂ, ਸਾਨੂੰ ਨਾ ਮਾਰਿਓ, ਇਹ ਦੱਸਦੇ ਆ। ਤੇ ਵੇਖੋ ਕਿੱਡੇ ਧਰਮੀ ਨੇ। ਹਾਲਾਂਕਿ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਉਹਨਾਂ ਤੇ ਚੜ ਕੇ ਗਏ ਸਾਂ, ਪਰ ਜਿਨ੍ਹਾਂ ਨੇ ਮੂੰਹ 'ਚ ਘਾਹ ਪਾ ਕੇ ਹਥਿਆਰ ਸੁੱਟ ਦਿੱਤੇ ਉਹਨਾਂ ਨੇ ਉਹਨਾਂ ਤੇ ਵਾਰ ਨਹੀਂ ਕੀਤਾ। ਇਹੋ ਜਿਹੇ ਧਰਮੀ ਨੇ। ਤੇ ਗੁਰੂ ਸਾਹਿਬ ਆਪਣੇ ਧਰਮ ਦੀ ਪਾਲਣਾ ਕਰਦੇ ਨੇ। ਆਪਾਂ ਆਟੇ ਦੀ ਗਊ ਬਣਾ ਕੇ ਥਾਲ 'ਚ ਰੱਖ ਕੇ ਉਹਦਾ ਜਜਨ ਭਜਨ ਪੂਜਾ ਕਰਕੇ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਰੱਖਾਂਦੇ ਆ ਰਾਤ ਦੇ ਹਨੇਰੇ ਵਿੱਚ, ਤੇ ਗੁਰੂ ਸਾਹਿਬ ਨੂੰ ਚਿੱਠੀ ਦੇ ਆਉਂਦੇ ਆ ਤੇ ਆਨ ਪਾਵਾਂਗੇ। ਗੁਰੂ ਸਾਹਿਬ ਏਡੇ ਧਰਮੀ ਨੇ ਕਿ ਉਹ ਸਾਡੀ ਆਨ ਨੂੰ ਮੰਨਦਿਆਂ ਹੋਇਆਂ, ਗਊ ਦੀ ਆਨ ਨੂੰ ਮੰਨਦਿਆਂ ਹੋਇਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਣਗੇ, ਇਹ ਜਾਣ ਕੇ ਕਿ ਗਊ ਬਣ ਕੇ ਸਾਡੇ ਕੋਲ ਆਏ ਹਨ। ਤਿਆਗੋ ਇਤਕੋ ਬਾਸਾ, ਆਪਾਂ ਇਹ ਕਹਾਂਗੇ ਗਊ ਦੀ ਆਣ ਪਾ ਕੇ ਗੁਰੂ ਜੀ ਨੂੰ, ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਦਾ ਵਾਸਾ ਛੱਡ ਦਿਓ, ਅਪਰ ਥਾਨ ਮੈਂ ਥਿਰ ਹੋਏ ਰਹੀ ਹੈ। ਤੁਸੀਂ ਅਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਪਾਸੇ ਜਾ ਕੇ, ਦੂਰ ਜਾ ਕੇ ਕਿਸੇ ਹੋਰ ਥਾਂ ਤੇ ਰਹਿ ਲਵੋ। ਮਿਟੇ ਬਾਦ ਕੋ ਤਰਾਸਾ, ਤੇ ਆ ਜਿਹੜਾ ਵਾਦ ਹੈ, ਆ ਜਿਹੜਾ ਝਗੜਾ ਤੇ ਡਰ ਹੈ, ਖਤਮ ਹੋ ਜਾਵੇ। ਕੇਤਕ ਸੁਨ ਕਰ ਕਹੇ ਨਾਨੀ ਕੀ, ਕਈ ਰਾਜੇ ਉੱਥੇ ਬੈਠੇ ਕਹਿੰਦੇ ਪੰਮਾ ਵਜ਼ੀਰ ਆ ਗੱਲ ਸਾਡੇ ਵਰਗੇ ਛਤਰੀਆਂ ਨੂੰ ਨਹੀਂ ਸੋਭਦੀ, ਅਸੀਂ ਸ਼ਸਤਰ ਧਾਰੀਆਂ, ਤੇ ਇਹ ਤਾਂ ਉਹ ਗੱਲ ਹੋਈ ਵੀ ਹਥਿਆਰ ਸੁੱਟ ਕੇ ਗਊਆਂ ਬਣ ਕੇ ਉਹਨਾਂ ਦੀ ਸ਼ਰਨ 'ਚ ਗਏ ਅਸੀਂ। ਕਈ ਰਾਜਿਆਂ ਨੇ ਇਨਕਾਰ ਕੀਤਾ, ਕਹਿੰਦੇ ਇਹ ਗੱਲ ਨਹੀਂ ਸਾਨੂੰ ਸੋਭਦੀ ਛਤਰੀ ਰਾਜਿਆਂ ਨੂੰ। ਪੰਮੇ ਵਜ਼ੀਰ ਤੇਰੀ ਇਸ ਗੱਲ ਤੋਂ ਅਸੀਂ ਸਹਿਮਤ ਨਹੀਂ ਹਾਂ ਕਿ ਹੁਣ ਅਸੀਂ ਗਊ ਬਣ ਕੇ ਜਾਈਏ ਉਹਨਾਂ ਕੋਲ, ਗਊ ਦੀ ਆਣ ਪਾਈਏ, ਫਿਰ ਕਾਹਦੇ ਛਤਰੀਆਂ ਅਸੀਂ, ਕਾਹਦੇ ਸ਼ਸਤਰ ਧਾਰੀ ਸੂਰਮੇ ਆ। ਸਾਨੂੰ ਆਪਣੇ ਹਥਿਆਰ ਟੰਗ ਦੇਣੇ ਚਾਹੀਦੇ ਨੇ ਕਿੱਲੀਆਂ ਨਾਲ। ਸਾਨੂੰ ਇਹ ਹਥਿਆਰ ਤੇ ਸ਼ਸਤਰ ਰੱਖਣ ਦਾ ਕੋਈ ਹੱਕ ਨਹੀਂ। ਜੇ ਆਪਾਂ ਇਸੇ ਤਰ੍ਹਾਂ ਉਹਨਾਂ ਦੀ ਈਨ ਮੰਨਣੀ ਹੈ ਔਰ ਗਊਆਂ ਬਣ ਕੇ ਉਹਨਾਂ ਦੀ ਪਨਾਹ ਵਿੱਚ ਜਾਣਾ, ਤੇ ਫਿਰ ਤਾਂ ਸਾਡਾ ਸ਼ਸਤਰੀ ਧਰਮ ਵੀ ਕਿਸੇ ਕੰਮ ਦਾ ਨਹੀਂ। ਮਹਾਦੀਨਤਾ ਧਾਰੀ, ਇਹ ਤਾਂ ਬੜੀ ਦੀਨਤਾ ਹੋ ਜਾਏਗੀ। ਇਹ ਤਾਂ ਬਹੁਤ ਜ਼ਿਆਦਾ ਅਤ ਦੀ ਦੀਨਤਾ ਵੀ ਜਦੋਂ ਕਿਸੇ ਦਾ ਕੋਈ ਚਾਰਾ ਨਾ ਚੱਲੇ, ਕੋਈ ਬਹੁਤ ਨਿਮਾਣਾ ਹੋਵੇ, ਤੇ ਆਮ ਕਰਕੇ ਕਹਿ ਦਿੱਤਾ ਜਾਂਦਾ ਹੈ, ਪੰਜਾਬ ਦੀ ਧਰਤੀ ਤੇ ਕਹਾਵਤ ਹੈ ਜੀ, ਇਹ ਤਾਂ ਬੰਦਾ ਨਿਰਾ ਗਊ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹ ਗਾਂ ਹੁੰਦਾ ਹੈ, ਚਾਰ ਲੱਤਾਂ ਵਾਲੀ ਗਾਂ ਨਹੀਂ ਹੁੰਦੀ ਉਹ। ਗਊ ਦਾ ਮਤਲਬ ਵੀ ਭੋਲਾ ਹੈ, ਗਰੀਬ ਹੈ, ਨਿਮਾਣਾ ਹੈ, ਇਹ ਕਹਿ ਦਿੱਤਾ ਜਾਂਦਾ। ਤੇ ਆਪਾਂ ਇੰਨੇ ਡਿੱਗ ਜਾਾਂਗੇ ਗਊ ਬਣ ਕੇ ਉਹਨਾਂ ਦੀ ਸ਼ਰਨ 'ਚ ਜਾਵਾਂਗੇ। ਗਊ ਆਟੇ ਦੀ ਰੱਖਣ ਦਾ ਮਤਲਬ ਹੈ ਕਿ ਅਸੀਂ ਗਊਆਂ ਬਣ ਕੇ ਆ ਗਏ ਹਾਂ ਤੁਹਾਡੀ ਸ਼ਰਨ 'ਚ, ਸਾਡੀ ਗੱਲ ਮੰਨ ਲਓ ਤੇ ਤੁਹਾਨੂੰ ਗਊ ਦੀ ਆਣ ਹੈ। ਕਈ ਰਾਜਿਆਂ ਨੇ ਹਾਮੀ ਨਹੀਂ ਭਰੀ, ਕਈਆਂ ਦਾ ਛਤਰੀ ਤਬ ਪੂਰਨ ਸੀ, ਉਹ ਕਹਿੰਦੇ ਅਸੀਂ ਇਸ ਗੱਲ ਵਿੱਚ ਸਹਿਮਤੀ ਨਹੀਂ ਦਿੰਦੇ। ਰਾਜੇ ਹੋਏ ਰੰਕਤਾ ਠਾਨੋ, ਅਸੀਂ ਰਾਜੇ ਹਾਂ ਤੇ ਰਾਜੇ ਹੋ ਕੇ ਰੰਕਤਾਈ ਦੀ ਬਿਰਤੀ ਧਾਰਨ ਕਰੀਏ। ਇਦਾਂ ਦਾ ਤਾਂ ਕੋਈ ਭਿਖਾਰੀ ਵੀ, ਹਾਲੇ ਭਿਖਾਰੀ ਵੀ ਗੈਰਤ ਵਾਲਾ ਹੁੰਦਾ ਹੈ, ਉਹਦੇ ਅੰਦਰ ਵੀ ਕੋਈ ਅਣਖ ਹੁੰਦੀ ਹੈ। ਤੇ ਆਪਾਂ ਰਾਜੇ ਆ ਤੇ ਰਾਜੇ ਹੋ ਕੇ ਆਪਣੇ ਰਾਜ ਹੋਣ ਦਾ ਜਿਹੜਾ ਅਣਖ ਭਾਵ ਹੈ ਉਹ ਕਿਵੇਂ ਛੱਡ ਦਈਏ ਤੇ ਰੰਕ ਕਿਵੇਂ ਬਣ ਜਾਈਏ। ਨਿਰਬਲ ਨਿਰਧਨਕਾਰੀ, ਇਹ ਕੰਮ ਤਾਂ ਕੋਈ ਨਿਰਬਲ ਤੇ ਨਿਰਧਨ ਬੰਦਾ ਕਰ ਸਕਦਾ ਜੋ ਤੂੰ ਕਹਿ ਰਿਹਾ ਕਰਨ ਨੂੰ। ਜਿਹੜਾ ਬਿਲਕੁਲ ਕਮਜ਼ੋਰ ਹੋਵੇ, ਬਿਲਕੁਲ ਧਨ ਵਿਹੂਣਾ ਕੰਗਾਲ ਹੋਵੇ, ਉਹ ਬੰਦਾ ਇਹ ਕੰਮ ਕਰ ਸਕਦਾ। ਪੰਮਾ ਵਜ਼ੀਰ ਜੋ ਤੂੰ ਕਹਿ ਰਿਹਾ, ਆਗੇ ਜਸ ਕੋ ਚੰਦ ਚੜਾਇਓ, ਅੱਗੇ ਬੜੇ ਸਾਡੇ ਝੰਡੇ ਚਲਾਏ ਨੇ ਪਹਿਲਾਂ ਤੂੰ, ਅੱਗੇ ਸਾਡੇ ਜਸ ਦਾ ਚੰਨ ਬੜਾ ਚੜਿਆ ਹੋਇਆ ਜਿਹੜਾ ਹੋਰ ਚੜਾਉਣ ਨੂੰ ਫਿਰਦਾ ਤੂੰ। ਵੀ ਅੱਗੇ ਕਿਹੜਾ ਸਾਡਾ ਜਸ ਹੋਇਆ, ਲੋਕ ਲਾਹਨਤਾਂ ਪਾ ਰਹੇ ਨੇ, ਥੁੱਕਦੇ ਨੇ ਸਾਡੇ ਟੁਰ ਗਿਆ ਪਿੱਛੋਂ। ਵੀ ਤਰਕਾਰ ਹੈ ਨਾ ਵੱਡੇ ਛਤਰੀ ਰਾਜਿਆਂ ਦੇ, ਸ਼ਸਤਰ ਧਾਰੀਆਂ ਦੇ, ਜੰਗ ਦੇ ਮੈਦਾਨ 'ਚ ਸਾਡੇ ਰਿਸ਼ਤੇਦਾਰ ਮਰਵਾ ਕੇ ਆਪ ਸੁੱਖ ਨਾਲ ਸੌਂ ਰਹੇ ਨੇ।
ਅੱਗੇ ਕਿਹੜਾ ਸਾਡੇ ਜਸ ਦਾ ਚੰਨ ਚੜਿਆ ਹੋਇਆ ਹੈ? ਮਾਰ ਖਾਏ ਹਟ ਆਏ। ਅੱਗੇ ਲੋਕ ਕਹਿੰਦੇ ਆ ਵੀ ਇਹ ਮਾਰ ਖਾ ਕੇ ਆਨੰਦਪੁਰ ਸਾਹਿਬ ਚੋਂ ਗੁਰੂ ਜੀ ਕੋਲੋਂ ਮਾਰ ਖਾ ਕੇ ਹਾਰ ਕੇ ਵਾਪਸ ਆਏ ਹਨ। ਅਬ ਪੰਮੇ ਕੀ ਮਤ ਕੋ ਲੈ ਕੇ, ਤੇ ਹੁਣ ਆ ਪੰਮੇ ਦੀ ਮਤ ਲੈ ਲਈਏ। ਇਸ ਪੁਰੋਹਿਤ ਦੀ ਇਹਨੇ ਤੇ ਕਰ ਦਿੱਤੀ ਬਾਹਮਣਾ ਵਾਲੀ ਗੱਲ। ਜਿਵੇਂ ਬਾਹਮਣ ਦੀਨ ਜਿਹਾ ਹੁੰਦਾ, ਇਹ ਹੈ ਵੀ ਬਾਹਮਣ, ਪੰਮਾ ਪੁਰੋਹਿਤ ਸੀ ਨਾ ਇਹ ਭੀਮ ਚੰਦ ਦਾ, ਇਹਨੇ ਤਾਂ ਉਹ ਗੱਲ ਕਰ ਦਿੱਤੀ ਹੈ। ਤੇ ਹੁਣ ਇਹਦੀ ਗੱਲ ਅਸੀਂ ਕਿਵੇਂ ਮੰਨ ਲਈਏ? ਲਿਓ ਪਰਮ ਪਦ ਪਾਏ। ਆ ਮੰਨ ਲਓ ਬਈ, ਉਹ ਜਿਹੜੇ ਦੂਜੇ ਰਾਜੇ ਨਾ ਇਹਦੇ ਨਾਲ ਸਹਿਮਤ ਨਹੀਂ ਸੀ, ਕਹਿੰਦੇ ਮੰਨੋ ਜੀ ਪੰਮੇ ਦੀ ਗੱਲ ਮੰਨ ਕੇ ਜਿਹੜਾ ਪਹਿਲਾਂ ਤੁਹਾਡੇ ਜਸ ਦਾ ਚੰਨ ਚੜਿਆ ਨਾ, ਹੋਰ ਪਰਮ ਪਦਵੀ ਪ੍ਰਾਪਤ ਕਰ ਲਓ ਇਹਦੀ ਗੱਲ ਮੰਨ ਕੇ, ਜਿਹੜੀ ਮਿਲਦੀ ਹੈ ਤੁਹਾਨੂੰ ਹੋਰ ਜਿਹੜੀ ਪਰਮ ਪਦਵੀ ਮਿਲਦੀ ਆ ਉਹ ਲੈ ਲਓ ਤੁਸੀਂ ਇਹਦੀ ਗੱਲ ਮੰਨ ਕੇ। ਕੇਤਕ ਕਈ ਭਲੀ ਏ ਠਾਨੋ। ਕੁਝ ਕਹਿਣ ਲੱਗੇ ਨਹੀਂ ਜੀ ਇਹ ਗੱਲ ਬਿਲਕੁਲ ਸਹੀ ਕਹਿ ਰਿਹਾ ਹੈ, ਆਪਾਂ ਨੂੰ ਲੜਨਾ ਨਹੀਂ ਪੈਣਾ, ਲੜਾਈ ਨਹੀਂ ਕਰਨੀ ਪੈਣੀ, ਤੇ ਲੜਾਈ ਕੀਤੇ ਬਿਨਾ ਗੁਰੂ ਜੀ ਕੋਲੋਂ ਆਪਾਂ ਆਨੰਦਪੁਰ ਸਾਹਿਬ ਵੀ ਛੜਾ ਲੈਣਾ। ਕਈ ਕਹਿੰਦੇ ਜੀ ਪੰਮਾ ਵਜ਼ੀਰ ਬਿਲਕੁਲ ਸਹੀ ਕਹਿ ਰਿਹਾ ਹੈ, ਮਿਟੇ ਮਰਨ ਕੋ ਤਰਾਸਾ। ਸਾਡੇ ਮਰਨ ਦਾ ਤਰਾਸ ਮਿਟ ਜਾਵੇਗਾ। ਹਟੇ ਜੰਗ ਨਿਤ ਪਰਤ ਬਖੇਰਾ। ਕਿਉਂਕਿ ਜੰਗ ਯੁੱਧ ਹਟ ਜਾਏਗਾ ਜੇ ਗੁਰੂ ਜੀ ਆਨੰਦਪੁਰੋਂ ਚਲੇ ਜਾਣਗੇ ਤੇ ਸਾਨੂੰ ਲੜਨਾ ਨਹੀਂ ਪਵੇਗਾ। ਆ ਰੋਜ਼ ਦਾ ਜਿਹੜਾ ਕਲੇਸ਼ ਹੁੰਦਾ ਜੰਗ ਯੁੱਧ ਦਾ, ਇਹ ਖਤਮ ਹੋ ਜਾਵੇਗਾ। ਸੁਭਟਨ ਕੇਰ ਬਿਨਾਸ਼ਾ। ਤੇ ਰੋਜ਼ ਜੰਗ ਕਰਨਾ ਚੰਗਾ ਨਹੀਂ, ਰੋਜ਼ ਸਾਡੇ ਸੂਰਮੇ ਮਰਦੇ ਨੇ, ਯੋਧੇ ਮਰਦੇ ਹਨ। ਹੀਨ ਪਏ ਤੇ ਕਿਆ ਘਟ ਜੈ ਹੈ। ਤੇ ਜੇ ਹੁਣ ਸਾਡਾ ਹੀਣਪੁਣਾ ਹੋ ਵੀ ਜਾਂਦਾ, ਜੇ ਮੰਨ ਲਓ ਲੋਕ ਕਹਿ ਵੀ ਦੇਣ ਵੀ ਇਹ ਹੀਣ ਹੋ ਗਏ ਨੇ, ਰਾਜੇ ਝੁਕ ਗਏ ਨੇ ਗੁਰੂ ਜੀ ਅੱਗੇ, ਤੇ ਸਾਡਾ ਕੀ ਘਟ ਜਾਣਾ ਭਲਾ? ਜੇ ਅਸੀਂ ਜਾ ਕੇ ਉਹਨਾਂ ਨੂੰ ਆਣ ਪਾ ਕੇ ਗਊ ਦੀ ਛੜਾ ਵੀ ਦੇਈਏ ਆਨੰਦਪੁਰ ਸਾਹਿਬ, ਤੇ ਸਾਡਾ ਕੀ ਘਟ ਜਾਣਾ ਭਲਾ? ਅੱਗੇ ਕਿਹੜਾ ਜਸ ਦਾ ਚੰਨ ਚੜਿਆ ਜਿਹੜਾ ਹੋਰ ਸਾਡਾ ਘਟ ਜਾਣਾ? ਜਿੰਨੇ ਲੋਕ ਪਹਿਲਾਂ ਮਾੜੀਆਂ ਮੋਟੀਆਂ ਗੱਲਾਂ ਕਰਦੇ, ਥੋੜੀਆਂ ਹੋਰ ਕਰ ਲੈਣਗੇ, ਕੀ ਹੋ ਜਾਏਗਾ? ਕਹਿੰਦੇ ਸਾਡੀ ਕਿਹੜੀ ਹਾਨੀ ਹੋ ਜਾਣੀ ਹੈ? ਮਿਟੇ ਉਪਾਦ ਸਦਾ ਕੀ। ਆ ਜਿਹੜੀ ਰੋਜ਼ ਦੀ ਉਪਾਧੀ ਆ, ਰੋਜ਼ ਦੀ ਜਿਹੜੀ ਲੜਾਈ ਹੈ, ਇਹ ਸਾਡੀ ਮਿਟ ਜਾਵੇਗੀ, ਖਤਮ ਹੋ ਜਾਵੇਗੀ। ਪੰਮੇ ਸ਼ੁਭ ਮਤ ਕਰੀ ਵਿਚਾਰਨ। ਪੰਮੇ ਨੇ ਬੜੀ ਸ਼ੁਭ ਮਤ ਦੀ ਵਿਚਾਰ ਦੱਸੀ ਹੈ, ਬੜੀ ਚੰਗੀ ਭਲੀ ਗੱਲ ਕਹੀ ਹੈ ਵੀ ਨਾ ਮਾਰਨਾ ਪਏਗਾ ਨਾ ਹੀ ਮਰਨਾ ਪਵੇਗਾ। ਰਹੇ ਨ ਕਾਰਜ ਬਾਕੀ। ਸਾਡਾ ਕੋਈ ਕੰਮ ਬਾਕੀ ਰਹੇਗਾ ਹੀ ਨਹੀਂ। ਜਦੋਂ ਆਨੰਦਪੁਰੋਂ ਗੁਰੂ ਜੀ ਚਲੇ ਗਏ ਫਿਰ ਆਪਾਂ ਵੀ ਆਪਣੀਆਂ ਰਿਆਸਤਾਂ 'ਚ ਸੁੱਖ ਨਾਲ ਵਸਾਂਗੇ। ਭੀਮ ਚੰਦ ਤੇ ਆਦ ਗਿਰੇਸ਼ਵਰ। ਰਾਜਾ ਭੀਮ ਚੰਦ ਤੇ ਇਹਦੇ ਨਾਲ ਜਿਹੜੇ ਹੋਰ ਵੀ ਰਾਜੇ ਸਨ, ਕਹਿਓ ਆਜ ਨਿਸਮਾਈ। ਹੁਣ ਬਹੁਤ ਸੰਮਤੀ ਉਹਨਾਂ ਰਾਜਿਆਂ ਦੀ ਹੋ ਗਈ। ਜਿਹੜੇ ਕਹਿੰਦੇ ਸੀ ਅਸੀਂ ਸਹਿਮਤ ਨਹੀਂ, ਉਹ ਘਟ ਗਏ। ਜਦੋਂ ਬਹੁਤ ਸੰਮਤੀ ਪੰਮੇ ਦੇ ਹਾਮੀ ਵਿੱਚ ਹੋਈ, ਪੰਮੇ ਵਜ਼ੀਰ ਦੇ, ਤੇ ਫਿਰ ਇਹਨਾਂ ਨੇ ਸਲਾਹ ਕੀਤੀ ਵੀ ਇਹ ਕੰਮ ਸਾਨੂੰ ਅੱਜ ਰਾਤ ਹੀ ਕਰਨਾ ਚਾਹੀਦਾ ਹੈ। ਕਰ ਹੇਰੋ ਜੇ ਸਿੱਧ ਹੋਏ ਕਾਰਜ। ਕਹਿੰਦੇ ਕਰਕੇ ਵੇਖ ਲਓ, ਜੇ ਆਪਣਾ ਕੰਮ ਸਿੱਧ ਹੁੰਦਾ, ਜੇ ਇਦਾਂ ਕੀਤੇ ਆਪਣਾ ਕੰਮ ਰਾਸ ਹੁੰਦਾ, ਤੇ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ। ਆਨੰਦਪੁਰ ਛੁੱਟ ਜਾਈ। ਗੁਰੂ ਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਣਗੇ। ਸਭ ਜਹਾਨ ਜਾਣੇ ਜਸ ਕਰ ਹੈ। ਜਦੋਂ ਗੁਰੂ ਜੀ ਆਨੰਦਪੁਰੋਂ ਜਾਣਗੇ ਲੋਕਾਂ 'ਚ ਪ੍ਰਗਟ ਹੋਵੇਗੀ ਗੱਲ। ਲੋਕਾਂ 'ਚ ਆਪਾਂ ਇਹ ਪ੍ਰਚਾਰ ਕਰਾਂਗੇ ਵੀ ਅਸੀਂ ਜ਼ੋਰ ਪਾ ਕੇ ਗੁਰੂ ਜੀ ਤੋਂ ਆਨੰਦਪੁਰ ਸਾਹਿਬ ਛਡਾਇਆ। ਆਪਾਂ ਇਹ ਥੋੜੀ ਦੱਸਣਾ ਵੀ ਆਪਾਂ ਗਊ ਦੀ ਆਣ ਦਿੱਤੀ ਸੀ। ਆਪਾਂ ਉੱਤੋਂ ਦੀ ਲੱਤ ਰੱਖਾਂਗੇ ਆਪਣੀ ਲੋਕਾਂ ਦੇ ਵਿੱਚ ਵੀ ਅਸੀਂ ਆਪਣਾ ਪ੍ਰਭਾਵ ਪਾ ਕੇ ਗੁਰੂ ਜੀ ਕੋਲੋਂ ਆਨੰਦਪੁਰ ਸਾਹਿਬ ਛਡਾਇਆ ਹੈ, ਔਰ ਸਾਡਾ ਇਹਦੇ ਨਾਲ ਜਸ ਤੇ ਸੋਭਾ ਹੋਵੇਗੀ। ਔਰ ਤੇ ਗੁਰੂ ਨਿਕਾਸਾ। ਲੋਕ ਆਖਣਗੇ ਵੇਖੋ ਰਾਜੇ ਕਿੰਨੇ ਗੈਰਤਮੰਦ ਨੇ, ਉਹਨਾਂ ਨੇ ਗੁਰੂ ਜੀ ਨੂੰ ਆਪਣੇ ਨਗਰ ਆਨੰਦਪੁਰ ਸਾਹਿਬ ਚੋਂ ਕੱਢ ਦਿੱਤਾ ਹੈ। ਤੀਨ ਆਨ ਕੋ ਜਾਣੇ। ਕਿਉਂਕਿ ਜਿਹੜੀ ਗਊ ਦੀ ਕਸਮ ਆਪਾਂ ਦੇਣੀ ਹੈ ਉਹ ਤਾਂ ਰਾਤ ਦੇ ਹਨੇਰੇ 'ਚ ਦੇਣੀ ਹੈ, ਉਹਦਾ ਤਾਂ ਕਿਸੇ ਨੂੰ ਪਤਾ ਲੱਗਣਾ, ਕਿਹੜਾ ਸਾਰਿਆਂ ਨੂੰ ਪਤਾ ਲੱਗਣਾ। ਤੇ ਇਹ ਗੱਲ ਆਪਾਂ ਜ਼ਾਹਰ ਥੋੜੀ ਕਰਨੀ ਆ ਵੀ ਅਸੀਂ ਗਊ ਦੀ ਕਸਮ ਪਾਈ ਹੈ, ਗੁਰੂ ਜੀ ਨੂੰ ਆਣ ਪਾਈ ਹੈ। ਇਹ ਤਾਂ ਕਿਸੇ ਨੂੰ ਪਤਾ ਲੱਗੇਗੀ। ਬਹੁਤਿਆਂ ਵਿੱਚ ਤਾਂ ਇਹੀ ਪ੍ਰਚਾਰ ਹੋਵੇਗਾ ਕਿ ਰਾਜਿਆਂ ਨੇ ਆਪਣਾ ਜ਼ੋਰ ਪਾ ਕੇ ਗੁਰੂ ਜੀ ਕੋਲੋਂ ਆਨੰਦਪੁਰ ਸਾਹਿਬ ਛਡਾਇਆ ਹੈ। ਲਖੇ ਕੇ ਪਾਇਓ ਤਰਾਸਾ। ਲੋਕ ਆਖਣਗੇ
ਕਿ ਗੁਰੂ ਜੀ ਡਰ ਕੇ ਗਏ ਨੇ ਆਨੰਦਪੁਰ ਸਾਹਿਬ ਛੱਡ ਕੇ। ਇਮ ਮਸਲਤ ਕਰ ਉਠੇ ਸਕਲਈ। ਏਦਾਂ ਸਲਾਹ ਕਰਕੇ ਸਾਰੇ ਰਾਜੇ ਉੱਠੇ ਨੇ ਵੀ ਏਦਾਂ ਹੀ ਕਰਾਂਗੇ ਜਿਵੇਂ ਪੰਮੇ ਵਜ਼ੀਰ ਨੇ ਸਲਾਹ ਦਿੱਤੀ ਹੈ। ਪੰਮੇ ਉਦਮ ਲੀਨਾ। ਪੰਮੇ ਨੇ ਉਸ ਵੇਲੇ ਇਹ ਸਾਰਾ ਉਦਮ ਕਰਨ ਦਾ ਜਿਹੜਾ ਬੀੜਾ ਸੀ ਆਪਣੇ ਸਿਰ ਤੇ ਲਿਆ। ਸੁੰਦਰ ਰਚੀ ਚੂਨ ਕੀ ਤੈਨੂੰ। ਇਹਨੇ ਕੀ ਕੀਤਾ ਵੀ ਆਟੇ ਦੀ ਇੱਕ ਬੜੀ ਸੋਹਣੀ ਗਾਂ ਬਣਾਈ, ਤਿਆਰ ਕੀਤੀ। ਆਟੇ ਦੀ ਇੱਕ ਗਾਂ ਜਿਹੜੀ ਆ ਉਹ ਤਿਆਰ ਕਰਕੇ ਐਨ ਜਿਵੇਂ ਗਾਂ ਹੁੰਦੀ ਆ ਉਦਾਂ ਦਾ ਹੀ ਉਹਦਾ ਰੂਪ ਬਣਾਇਆ ਆਟੇ ਦਾ। ਚਾਰ ਚਰਨ ਤੈ ਕੀਨਾ। ਉਹਦੀਆਂ 4 ਲੱਤਾਂ ਬਣਾਈਆਂ। ਕਾਨ ਬਿਖਾਨ ਪੂਛ ਓ ਪ੍ਰਿਸ਼ਟੀ। ਉਹਦੇ ਕੰਨ ਵੀ ਬਣਾਏ, ਸਿੰਘ ਵੀ ਤਿਆਰ ਕੀਤੇ, ਪੂੰਛ ਤੇ ਉਹਦੀ ਪਿੱਠ ਵੀ ਬਣਾਈ। ਸਗਰੇ ਅੰਗ ਬਣਾਏ। ਜੋ ਗਊ ਦੇ ਅੰਗ ਹੁੰਦੇ ਆ ਉਹ ਸਾਰੇ ਤਿਆਰ ਕਰਕੇ ਆਟੇ ਦੇ ਨਾਲ ਹੀ ਕਾਰੀਗਰੀ ਕਰਕੇ ਬਣਾਏ। ਤਿਮਰ ਸਮੇਤ ਰਾਤ ਜਬ ਹੋਈ। ਦਿਨ ਦੇ ਵੇਲੇ ਆ ਗਿਆ, ਜਦੋਂ ਰਾਤ ਦਾ ਹਨੇਰਾ ਜਿਹਾ ਹੋਇਆ ਨਾ, ਅੱਧੀ ਕੁ ਰਾਤ ਦਾ ਵੇਲਾ ਹੋਇਆ। ਸੀਸ ਉਠਾਏ ਸਿਧਾਏ। ਇਹ ਪੰਮਾ ਵਜ਼ੀਰ ਆਪਣੇ ਨਾਲ ਕੁਝ ਕੁ ਬੰਦੇ ਵੀ ਜ਼ਿਆਦਾ ਰੋਲਾ ਨਾ ਪਵੇ ਲੈ ਕੇ ਉਹ ਇੱਕ ਪਰਾਤ ਜੀ ਬਣਾਈ, ਚੰਗੇਰ ਜੀ, ਉਹਦੇ ਚ ਰੱਖ ਕੇ ਲੈ ਕੇ ਸਿਰ ਤੇ ਟੁਰ ਪਿਆ। ਆਨ ਆਨੰਦਪੁਰ ਦਵਾਰ ਹੋਤੋ ਜੈ। ਜਿੱਥੇ ਆਨੰਦਪੁਰ ਸਾਹਿਬ ਦਾ ਮੁੱਖ ਦਰਵਾਜ਼ਾ ਸੀ। ਪੁਰਾਣੇ ਸਮੇਂ ਜਿਹੜੇ ਨਗਰ ਹੁੰਦੇ ਸਨ ਉਹਨਾਂ ਦੇ ਮੁੱਖ ਦਰਵਾਜ਼ੇ ਹੁੰਦੇ, ਦਰਵਾਜ਼ਿਆਂ ਰਾਹੀਂ ਐਂਟਰੀ ਹੁੰਦੀ ਸੀ। ਜਿਵੇਂ ਕਿ ਆ ਪਟਿਆਲੇ ਸ਼ਹਿਰ ਵਿੱਚ ਵੀ ਕਈ ਗੇਟ ਹਨ, ਏਦਾਂ ਆਨੰਦਪੁਰ ਸਾਹਿਬ ਦੇ ਵੀ ਗੇਟ ਸਨ ਉਹਨਾਂ ਵੇਲਿਆਂ 'ਚ ਪੁਰਾਣੇ। ਤੇ ਉਹ ਜਿਹੜਾ ਮੁੱਖ ਦਰਵਾਜ਼ਾ ਸੀ ਉਹ ਬੰਦ ਸੀ, ਤੋ ਦਰਵਾਜ਼ੇ ਦੇ ਬਾਹਰ ਲਿਆ ਕੇ ਇਹਨੇ ਰੱਖ ਦਿੱਤੀ ਉਹ ਗਊ ਆਟੇ ਦੀ ਬਣਾਈ ਹੋਈ। ਗੋਮੈ ਲਿੰਪ ਸਥਾਨਾ। ਪਹਿਲਾਂ ਥੱਲੇ ਜਿਹੜੀ ਜ਼ਮੀਨ ਸੀ ਉਹ ਗੋਹੇ ਨਾਲ ਲਿਪੀ, ਗਊ ਦੇ ਗੋਬਰ ਦੇ ਨਾਲ ਲਿਪ ਕੇ। ਖਰੀ ਕਰੀ ਬਿਦ ਖਰੀ ਤਾਂ ਤਬ। ਕਹਿੰਦੇ ਚੰਗੀ ਤਰ੍ਹਾਂ ਉਹ ਗਊ ਵਾਵਾ ਵੱਡੇ ਆਕਾਰ ਦੀ ਬਣਾਈ ਸੀ ਆਟੇ ਦੀ, ਇਹਨੇ ਖੜੀ ਕਰਕੇ ਉਹਦੇ ਗਲ 'ਚ ਇੱਕ ਧਾਗਾ ਜਿਹਾ ਪਾਇਆ ਹੋਇਆ, ਤੇ ਉਹ ਵੀ ਇਦਾਂ ਬਣਾਇਆ ਹੋਇਆ ਵੀ ਇਹ ਧਾਗਾ ਪਾ ਕੇ ਮਨ ਨੂੰ ਦਰਵਾਜ਼ੇ ਦੇ ਨਾਲ ਬੰਨ੍ਹ ਦਿੱਤਾ ਆਨੰਦਪੁਰ ਸਾਹਿਬ। ਡੋਰੀ ਗਰ ਬੰਧਾਨਾ। ਉਹਦੇ ਗਲ 'ਚ ਡੋਰੀ ਬੰਨ੍ਹ ਕੇ ਤੇ ਉਹ ਜਿਹੜੀ ਵੱਡੀ ਸਾਰੀ ਧਾਗਾ ਪਾ ਕੇ ਤੇ ਆਨੰਦਪੁਰ ਸਾਹਿਬ ਦਾ ਜਿਹੜਾ ਦਰਵਾਜ਼ਾ ਸੀ ਉਹਦੇ ਨਾਲ ਬੰਨ੍ਹ ਦਿੱਤੀ ਵੀ ਇਹ ਗਊ ਹੈ, ਯਾਨੀ ਕਿ ਪਹਾੜੀ ਰਾਜੇ ਇਹ ਗਊ ਬਣ ਕੇ, ਜਿਹੜੀ ਆਟੇ ਦੀ ਗਊ ਹੈ, ਇਹ ਪਹਾੜੀ ਰਾਜੇ ਜਾਣੋ ਤੁਸੀਂ। ਇਸ ਗਊ ਦੀ ਆਪ ਜੀ ਨੂੰ ਆਣ ਹੈ, ਕਿਉਂਕਿ ਗਊ ਤੇ ਗਰੀਬ ਦੇ ਤੁਸੀਂ ਰਾਖੇ ਹੋ। ਜਿਹੜਾ ਗਊ ਦਾ ਮਤਲਬ ਜਿਹੜਾ ਨਿਮਾਣਾ ਹੈ, ਨਿਤਾਣਾ, ਉਹਦੇ ਤੁਸੀਂ ਰਾਖੇ ਹੋ, ਗਰੀਬ ਦੇ ਵੀ ਤੁਸੀਂ ਰਾਖੇ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਸੰਕੇਤ ਦਿੱਤਾ ਇਹਨਾਂ ਨੇ, ਏਦਾਂ ਗਊ ਬਣਾ ਕੇ ਉਹਦੇ ਗਲ 'ਚ ਡੋਰੀ ਜੀ ਪਾ ਕੇ ਉੱਥੇ ਬੰਨ੍ਹ ਦਿੱਤੀ। ਪੂਰੇ ਚੌਂਕ ਤਰੇ ਕੁਛ ਅਛਤ। ਜਿਵੇਂ ਚੌਂਕ ਜਿਹਾ ਪੂਰਿਆ ਹੁੰਦਾ ਨਾ ਆਟੇ ਤੇ ਹਲਦੀ ਦੇ ਨਾਲ, ਉਹ ਚੌਂਕ ਜਿਹਾ ਵੀ ਪੂਰ ਦਿੱਤਾ। ਆਟਾ ਤੇ ਹਲਦੀ ਪਾ ਕੇ ਪੂਰ ਕੇ ਉਹਦੇ ਵਿੱਚ ਗਊ ਰੱਖ ਦਿੱਤੀ। ਚੰਗੀ ਤਰ੍ਹਾਂ ਉਹਦੀ ਪੂਜਾ ਕੀਤੀ ਹੋਈ, ਫੁੱਲ ਵੀ ਰੱਖੇ ਹੋਏ ਨੇ ਕੋਲ। ਕੇਸਰ ਚੰਦਨ ਮਾਲਾ। ਫਿਰ ਕੇਸਰ ਚੰਦਨ ਦੀ ਚਰਚਣ ਕੀਤਾ, ਫਿਰ ਫੁੱਲਾਂ ਦੀ ਜਿਹੜੀ ਮਾਲਾ ਹੁੰਦੀ ਆ ਉਹ ਗਊ ਦੇ ਅੱਗੇ ਰੱਖੀ ਹੈ। ਅਰਚਨ ਚਰਚਨ ਕਰਕੇ ਸਭ ਵਿਦ। ਏਦਾਂ ਅਰਚਨਾ ਚਰਚਣਾ ਕਰਕੇ ਸਰਬ ਤਰੀਕੇ ਨਾਲ। ਪੰਮਾ ਕੂਰ ਕੁਚਾਲਾ। ਉਹਜਾ ਪੰਮਾ ਇਹ ਝੂਠਾ ਕੰਮ ਕਰਕੇ ਉੱਥੋਂ ਵਾਪਸ ਮੁੜਿਆ। ਕੋਈ ਸਵਾਲ ਕਰੇ ਵੀ ਅਸਲੀ ਗਾਂ ਕਿਉਂ ਨਹੀਂ ਲਿਆਇਆ ਇੱਥੇ, ਆਟੇ ਦੀ ਕਿਉਂ ਰੱਖੀ ਹੈ, ਅਸਲੀ ਗਾਂ ਲਿਆ ਕੇ ਬੰਨ ਛੱਡਦਾ। ਉਹ ਰਾਤ ਦੇ ਹਨੇਰੇ 'ਚ ਜੇ ਕਰਤੂਤ ਕਰਨੀ ਸੀ, ਅਸਲੀ ਗਾਂ ਆਉਂਦੀ ਉਹ ਬੋਲਦੀ, ਅੰਦਰ ਫੌਜਾਂ ਨੇ ਉਹਨਾਂ ਨੇ ਸੁਣਨਾ ਸੀ, ਉਹਨਾਂ ਨੇ ਆ ਕੇ ਝੜਕ ਦੇਣਾ ਸੀ। ਇਸ ਕਰਕੇ ਚੋਰੀ ਛਿਪੇ ਹੀ ਆਏ ਹਨ। ਆਟੇ ਦੀ ਗਊ ਰੱਖ ਕੇ ਚੰਗੀ ਤਰ੍ਹਾਂ ਉਹਦਾ ਜਜਨ ਭਜਨ ਕਰਕੇ, ਪੂਜਾ ਕਰਕੇ, ਫੁੱਲਾਂ ਦੀ ਮਾਲਾ ਉੱਥੇ ਰੱਖ ਕੇ ਵੀ ਉਹ ਗੁਰੂ ਸਾਹਿਬ ਨੂੰ ਜਿਵੇਂ ਅਰਪਣ ਕੀਤੀ ਹੋਵੇ ਵੀ ਅਸੀਂ ਗਊਆਂ ਬਣ ਕੇ ਆ ਗਏ ਆ, ਪਹਾੜੀ ਰਾਜੇ ਸਾਰੇ ਤੁਹਾਡੀ ਸ਼ਰਨ ਵਿੱਚ। ਲਿਖਿਓ ਪੱਤਰ ਪਰ ਆਨ ਗਊ ਕੀ। ਇੱਕ ਚਿੱਠੀ ਲਿਖੀ ਤੇ ਚਿੱਠੀ ਦੇ ਉੱਤੇ ਉਸ ਗਊ ਦੀ ਆਣ ਲਿਖੀ ਵੀ ਮਹਾਰਾਜ ਤੁਹਾਨੂੰ ਇਸ ਗਊ ਦੀ ਆਣ ਹੈ, ਤਿਆਗ ਆਨੰਦਪੁਰ ਜਾਵੋ। ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਰਾਜਨ ਕੋ ਅਰਮਾਨ ਰਹੇ ਜਗ। ਇਹਦੇ ਨਾਲ ਰਾਜਿਆਂ ਦਾ ਵੀ ਮਾਣ ਰਹਿ ਜਾਏਗਾ, ਜਗਤ ਵਿੱਚ ਉਹਨਾਂ ਦੀ ਵੀ ਇੱਜ਼ਤ ਰਹਿ ਜਾਏਗੀ। ਨਿਕਟ ਬਸੋ ਸੁਖ ਪਾਵੋ। ਤੁਸੀਂ ਇੱਥੋਂ ਨੇੜੇ ਜਾ ਕੇ ਕਿਤੇ ਹੋਰ ਵਸ ਜਾਓ, ਸੁਖ ਪਾਵੋ। ਇੱਕ ਬਾਰ ਤਜ ਕਿਤਕ ਸਮੋ ਮੈਂ। ਇੱਕ ਵਾਰ
ਵਾਰ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਬਹੁਰ ਬਸੋਪੁਰ ਆਈ। ਫਿਰ ਕੁਝ ਸਮੇਂ ਬਾਅਦ ਮੁੜ ਕੇ ਭਾਵੇਂ ਫੇਰ ਆ ਕੇ ਵਸ ਜਾਇਓ ਜੇ, ਪਰ ਇੱਕ ਵਾਰ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਇਮ ਲਿਖ ਕਰ ਕਾਗਦ ਟਿਗ ਰੱਖ ਕਰ। ਏਦਾਂ ਲਿਖ ਕੇ ਇੱਕ ਚਿੱਠੀ ਉਸੇ ਆਟੇ ਦੀ ਗਾਂ ਦੇ ਕੋਲ ਇਹਨਾਂ ਨੇ ਰੱਖ ਦਿੱਤੀ। ਬਨ ਤਸਕਰ ਡਰ ਪਾਈ। ਚੋਰ ਜੇ ਬਣ ਕੇ ਆਏ ਤੇ ਡਰਦੇ ਵੀ ਨੇ, ਦੱਬੇ ਦੱਬੇ ਪੈਰੀ ਟੁਰਦੇ ਨੇ। ਪੰਮੇ ਵਜ਼ੀਰ ਦੇ ਨਾਲ 2-4 ਚੇਲੇ ਆਏ ਨੇ ਇਹਦੇ ਸੇਵਕ, ਤੇ ਡਰਦੇ ਵੀ ਨੇ ਕਿਤੇ ਫੜੇ ਨਾ ਜਾਈਏ। ਸਿੰਘਾਂ ਦੇ ਹੱਥ ਬੜੇ ਤਗੜੇ ਨੇ, ਪੰਮੇ ਨੇ ਵੇਖੇ ਸਨ, ਇਸ ਕਰਕੇ ਡਰਿਆ ਹੋਇਆ ਹੀ ਡਰਿਆ ਵਾਪਸ ਮੁੜਿਆ ਹੈ। ਗਏ ਆਪਨ ਕਰ ਰਾਤ ਅੰਧੇਰੀ। ਹਨੇਰੇ ਵਿੱਚ ਹੀ ਵਾਪਸ ਪਰਤ ਕੇ ਆਪਣੇ ਘਰ ਨੂੰ ਮੁੜ ਗਿਆ। ਏਰੇ ਉਹ ਕਿਨੂੰ ਨਾ ਜਾਣਾ। ਇਹਨੂੰ ਜਾਣਦੇ ਨੂੰ ਆਉਂਦੇ ਨੂੰ ਕਿਸੇ ਨੇ ਨਹੀਂ ਵੇਖਿਆ। ਸੁਪਤ ਰਹੇ ਨਰ ਘਰ ਘਰ ਆਪਣੇ। ਆਨੰਦਪੁਰ ਸਾਹਿਬ 'ਚ ਸਾਰੇ ਆਪੋ ਆਪਣਿਆਂ ਘਰਾਂ ਵਿੱਚ ਸੁੱਖ ਲੈ ਰਹੇ ਨੇ। ਭਈ ਪ੍ਰਾਤ ਤਮਹਾਨਾ। ਦਿਨ ਚੜ ਗਿਆ ਜਦੋਂ ਹਨੇਰਾ ਦੂਰ ਹੋਇਆ। ਗਏ ਦਵਾਰ ਜਬ ਕਰਿਓ ਬਿਲੋਕਨ। ਜਦੋਂ ਦਰਵਾਜ਼ੇ ਤੇ ਜਾ ਕੇ ਲੋਕ ਜਦੋਂ ਬਾਹਰ ਨੂੰ ਜਾਣ ਲੱਗੇ, ਸਵੇਰੇ ਦਿਨ ਚੜਿਆ, ਆਨੰਦਪੁਰ ਸਾਹਿਬ ਦੇ ਦਰਵਾਜ਼ੇ ਦੇ ਵਿਚਕਾਰ ਬਾਹਰਲੇ ਪਾਸੇ ਚੌਂਕ ਪੂਰਿਆ ਗਊ ਰੱਖੀ ਹੋਈ, ਆਟੇ ਦੀ ਨਾਲ ਚਿੱਠੀ ਰੱਖੀ ਹੋਈ ਹੈ। ਇਹ ਕਿਆ ਕਿਸਨੇ ਕੀਨਾ। ਸਭ ਵੇਖ ਕੇ ਹੈਰਾਨ ਹੁੰਦੇ ਐ। ਕੋਈ ਕਹਿੰਦਾ ਲੱਗਦਾ ਟੂਣਾ ਕਰ ਗਿਆ ਕੋਈ ਆਨੰਦਪੁਰ ਸਾਹਿਬ ਆ ਕੇ। ਦੂਜਾ ਕਹਿੰਦਾ ਨਹੀਂ ਵੀ ਟੂਣਾ ਤਾਂ ਨਹੀਂ ਲੱਗਦਾ, ਇੱਥੇ ਚੁਰਸਤਾ ਤਾਂ ਹੈ ਨਹੀਂ। ਟੂਣਾ ਤਾਂ ਅਕਸਰ ਲੋਕ ਚੁਰਸਤੇ 'ਚ ਕਰਿਆ ਕਰਦੇ ਹੁੰਦੇ ਆ। ਬਹੁਤ ਸਾਰੇ ਲੋਕਾਂ ਨੂੰ ਆਦਤ ਭੈੜੇ ਬਾਬਿਆਂ ਨੇ ਪਾਈ ਹੁੰਦੀ ਵੀ ਜਾਓ ਟੂਣਾ ਕਰਕੇ ਆਓ। ਚੁਰਸਤੇ 'ਚ ਵੰਗਾਂ ਜੀਆਂ ਲਿਆ ਕੇ ਖਲਾਰ ਛੱਡਦੇ ਆ, ਪਤਾ ਨਹੀਂ ਕੀ ਲਿਆ ਕੇ ਰੱਖ ਛੱਡਦੇ ਆ। ਜਿਹੋ ਜਿਹੇ ਮੂਰਖ ਬਾਬੇ, ਉਹਨਾਂ ਦੀਆਂ ਮੰਨਣ ਵਾਲੇ ਉਹਨਾਂ ਦੇ ਵੀ ਸਰਮੋਰ ਮੂਰਖ। ਮਿਲਣੀ ਤਾਂ ਪਰਾ ਲੱਭਦਾ ਭਾਈ। ਜੇ ਕੋਈ ਆਖੇ ਵੀ ਇਦਾਂ ਕੁਝ ਪ੍ਰਾਪਤ ਹੁੰਦਾ, ਨਹੀਂ। ਜੋ ਕਰਮਾਂ ਦਾ ਮਿਲਣਾ ਉਹੀ ਜੋ ਬੀਜਿਆ। ਜੇ ਉਹ ਟੂਣਾ ਕਿਸੇ ਦੇ ਬੁਰੇ ਵਾਸਤੇ ਕੀਤਾ ਨਾ, ਉੱਥੇ ਵੀ ਇੱਥੋਂ ਜਿਹੜਾ ਲੰਘੇਗਾ ਉਹਦਾ ਪਹਿਲਾਂ ਬੁਰਾ ਹੋਵੇਗਾ। ਯਾਦ ਰੱਖਿਓ, ਚੇਤੇ ਰੱਖਿਓ, ਦੂਜੇ ਦੇ ਬੁਰੇ ਦਾ ਬੀਜ ਕੇ ਕਦੇ ਆਪਣਾ ਭਲਾ ਨਹੀਂ ਹੋਇਆ। ਦੂਜੇ ਵਾਸਤੇ ਜੇ ਬੁਰੇ ਦਾ ਬੀਜ ਬੀਜਿਆ, ਉਹਦਾ ਫਲ ਸੱਜਣਾ ਤੈਨੂੰ ਕੱਟਣਾ ਪੈਣਾ। ਜੇ ਸੁਖੀ ਹੋਣਾ ਚਾਹੁੰਦਾ ਤੇ ਫਿਰ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਦੀ ਪਾਲਣਾ ਕਰ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਬੜੀਆਂ ਭੈੜੀਆਂ ਆਦਤਾਂ ਹੁੰਦੀਆਂ ਕਈ ਲੋਕਾਂ ਦੀਆਂ। ਕਦੇ ਕਿਸੇ ਦੀ ਦੁਕਾਨ ਤੇ ਜਾ ਕੇ ਕੋਈ ਮਾੜਾ ਟੂਣਾ ਕਰ ਆਉਂਦੇ ਐ, ਹਾਲਾਂਕਿ ਹੁੰਦਾ ਕੁਝ ਵੀ ਨਹੀਂ ਹੈ। ਇਹਦੇ ਵਿੱਚ ਕੋਈ ਪ੍ਰਭਾਵ ਨਹੀਂ ਹੁੰਦਾ, ਕੋਈ ਸਾਰ ਨਹੀਂ ਹੁੰਦਾ, ਪਰ ਇੰਨਾ ਜ਼ਰੂਰ ਹੈ ਵੀ ਜਿਹੜਾ ਕਰਕੇ ਆਉਂਦਾ ਉਹਦਾ ਭਲਾ ਨਹੀਂ ਹੁੰਦਾ। ਜਿਸ ਦਾ ਬੁਰਾ ਕਰਨ ਲਈ ਕੀਤਾ ਉਹਦਾ ਕੁਝ ਵਿਗੜਦਾ ਨਹੀਂ, ਜੋ ਬਾਣੀ ਪੜਦਾ ਭਜਨ ਕਰਦਾ, ਤੇ ਜਿਹੜਾ ਕਰਦਾ ਉਹਦਾ ਕੁਝ ਰਹਿੰਦਾ ਨਹੀਂ ਹੈ। ਇਹ ਚੇਤੇ ਰੱਖਣਾ ਚਾਹੀਦਾ ਹੈ। ਅਸੀਂ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਆ ਭਾਈ। ਗੁਰਸਿੱਖਾਂ ਨੂੰ ਇਹ ਕੰਮ ਨਹੀਂ ਸੋਭਦੇ। ਮਾੜੀਆਂ ਭੈੜੀਆਂ ਬਿਰਤੀਆਂ ਦੇ ਲੋਕ, ਜਿਹੜੇ ਟੇਢੇ ਰਾਹਾਂ ਦੇ ਧਾਰਨੀ ਲੋਕ ਨੇ, ਜਿਨ੍ਹਾਂ ਨੂੰ ਗੁਰਸਿੱਖੀ ਦਾ ਨਹੀਂ ਪਤਾ, ਉਹ ਕਰੇ ਤਾਂ ਕਰੀ ਜਾਣ, ਉਹਨਾਂ ਨੂੰ ਜੀ ਸਦਕੇ ਕਰਨ। ਸਿੱਖ ਵਾਸਤੇ ਕਰਮ ਵਿਹਿਤ ਨਹੀਂ ਹਨ। ਕਿਸੇ ਟੂਣੇ ਟਾਮਣ ਵਾਲੇ ਬਾਬਿਆਂ ਕੋਲ ਜਾ ਕੇ ਧਾਗੇ ਪਵਾਉਣੇ, ਤਵੀਤ ਪਵਾਉਣੇ, ਇਹ ਗੁਰਸਿੱਖਾਂ ਦੀਆਂ ਨਿਸ਼ਾਨੀਆਂ ਨਹੀਂ ਹਨ। ਤੇ ਉਹ ਦਰਵਾਜ਼ੇ ਤੇ ਹੁਣ ਗਊ ਰੱਖੀ ਹੋਈ, ਚੌਂਕ ਜਿਹਾ ਪੂਰਿਆ ਹੋਇਆ, ਉੱਤੇ ਫੁੱਲਾਂ ਦੀ ਮਾਲਾ ਜੀ ਵੀ ਰੱਖੀ ਹੋਈ। ਵੇਖ ਕੇ ਕੋਈ ਕਹੇ ਜੀ ਇਹ ਤਾਂ ਟੂਣਾ ਕੀਤਾ ਹੈ, ਕੋਈ ਕਹਿੰਦਾ ਨਹੀਂ ਵੀ ਇਹ ਤਾਂ ਕੋਈ ਹੋਰ ਸੰਕੇਤ ਹੈ, ਨਾਲ ਕਾਗਜ਼ ਵੀ ਪਿਆ ਹੋਇਆ ਹੈ। ਇੱਕ ਦੋਏ ਤ੍ਰੈ ਚੌਥੇ ਪਿਖ ਪੰਚਮ। ਪਹਿਲਾਂ ਇੱਕ ਨੇ ਵੇਖਿਆ, ਦੂਜੇ ਨੂੰ ਸੱਦ ਕੇ ਲਿਆਇਆ, ਫਿਰ ਉਹ ਤੀਜੇ ਨੂੰ, ਫਿਰ ਚੌਥੇ ਨੂੰ, ਫਿਰ ਪੰਜਵੇਂ ਨੂੰ। ਬਿਕਸੇ ਕਛ ਨਾ ਚੀਨਾ। ਵੇਖਦੇ ਨੇ ਸਭ, ਹੈਰਾਨ ਹੁੰਦੇ ਨੇ, ਪਰ ਪਤਾ ਨਹੀਂ ਲੱਗਦਾ। ਸ਼੍ਰੀ ਕਲਗੀਧਰ ਨਿਕਟ ਗਏ ਤਬ। ਕਹਿੰਦੇ ਕਾਗਜ਼ ਵੀ ਪਿਆ ਹੋਇਆ, ਇਹਦੇ 'ਚ ਕੋਈ ਜ਼ਰੂਰ ਇਲਮ ਲਿਖਿਆ ਹੋਣਾ, ਕਾਲਾ ਕੋਈ ਮੰਤਰ ਜੰਤਰ ਲਿਖਿਆ ਹੋਣਾ। ਉਹ ਕਹਿੰਦੇ ਵੀ ਜਿਹੜੇ ਸਿਆਣੇ ਸਿੱਖ ਸਨ ਉਹ ਕਹਿੰਦੇ ਜ਼ਰੂਰੀ ਥੋੜੀ ਹੈ, ਕਿਸੇ ਨੇ ਬੇਨਤੀ ਵੀ ਲਿਖੀ ਹੋ ਸਕਦੀ ਹੈ। ਗੁਰੂ ਸਾਹਿਬ ਦੇ ਚਰਨਾਂ ਦੀ ਪੂਜਾ ਕਰਕੇ ਡਰਦਾ ਅੰਦਰ ਨਹੀਂ ਗਿਆ, ਬਾਹਰੋਂ ਚਲਾ ਗਿਆ। ਆਖਿਰਕਾਰ ਦਿਨ ਜਦੋਂ ਲੋ ਵਾਹਵਾ ਲੱਗ ਗਈ ਤੇ ਕੁਝ ਲੋਕ ਇਕੱਠੇ ਹੋ ਕੇ ਕਲਗੀਧਰ ਜੀ ਦੇ ਕੋਲ ਆਏ। ਦੌਰਤ ਜਾਏ ਬਤਾਈ। ਭੱਜ ਕੇ ਜਾ ਕੇ ਮਹਾਰਾਜ ਜੀ ਨੂੰ ਦੱਸਿਆ, ਪ੍ਰਭ ਜੀ
ਪੁਰ ਕੇ ਪੋਰ ਅਗਰ ਕੀ। ਕਹਿਣ ਲੱਗੇ ਪ੍ਰਭੂ ਜੀ ਦਰਵਾਜ਼ਾ ਜਿਹੜਾ ਨਗਰ ਦਾ ਬਾਹਰ ਹੈ ਕਿਨ ਇਹ ਬਨਤ ਬਣਾਈ। ਉੱਥੇ ਪਤਾ ਨਹੀਂ ਕੀ ਬਣਤ ਬਣਾਵਟ ਬਣਾਈ ਹੋਈ ਹੈ। ਕਾਗਦ ਤਰਿਓ ਨਾਮ ਕਰ ਛੂਵਿਓ। ਮਹਾਰਾਜ ਉੱਥੇ ਕਾਗਜ਼ ਵੀ ਪਿਆ ਪਰ ਅਸੀਂ ਛੋਇਆ ਨਹੀਂ ਹੈ ਉਸ ਨੂੰ। ਚਾਹੋ ਜੇ ਲਿਓ ਮੰਗਵਾਈ। ਜੇ ਤੁਸੀਂ ਚਾਹੁੰਦੇ ਹੋ ਤਾਂ ਮੰਗਾ ਲਵੋ। ਤੇਨ ਚੂਨ ਕੀ ਲਿੰਪ ਤਰੀ ਤਰ। ਮਹਾਰਾਜ ਉੱਥੇ ਆਟੇ ਦੀ ਗਾਂ ਜੀ ਬਣਾ ਕੇ ਰੱਖੀ ਹੋਈ ਹੈ। ਆਟੇ ਦੀ ਗਊ ਜੀ ਬਣੀ ਲੱਗਦੀ ਹੈ। ਥੱਲੇ ਗੋਹੇ ਦਾ ਲੇਪ ਕਰਕੇ ਜ਼ਮੀਨ ਦੇ ਉੱਤੇ ਉਹਨੂੰ ਖੜਾ ਕੀਤਾ ਹੋਇਆ ਹੈ। ਕਛੂ ਨ ਜਾਣਿਓ ਜਾਈ। ਜਾਣਿਆ ਨਹੀਂ ਜਾਂਦਾ ਵੀ ਅਸਲ ਵਿੱਚ ਮਾਜਲਾ ਮਸਲਾ ਹੈ ਕਿ ਸੁਨ ਪ੍ਰਭ ਦਾਸ ਪਠਿਓ ਪੁਰ ਪੋਰੇ। ਕਲਗੀਧਰ ਜੀ ਨੇ ਸੁਣ ਕੇ ਆਪਣੇ ਸੇਵਾਦਾਰ ਨੂੰ ਦਾਸ ਨੂੰ ਭੇਜਿਆ ਜਾਏ ਤਬੈ ਲੈ ਆਵਾ। ਵੀ ਜਾਓ ਵੇਖੋ ਕੀ ਆ। ਮਹਾਰਾਜ ਜੀ ਦਾ ਸੇਵਾਦਾਰ ਗਿਆ ਜਾ ਕੇ ਝੱਟ ਉਹ ਜਿਹੜੀ ਉੱਥੇ ਗਊ ਪਈ ਸੀ ਜਾਂ ਜੋ ਕੁਝ ਵੀ ਰੱਖਿਆ ਸੀ ਚਿੱਠੀ ਸਮੇਤ ਉਹ ਚੁੱਕ ਕੇ ਲੈ ਆਇਆ। ਕਾਗਦ ਤਬੇ ਪੜਾਵਨ ਕੀਨਾ। ਮਹਾਰਾਜ ਜੀ ਨੇ ਹੁਕਮ ਕੀਤਾ ਪੜੋ ਵੀ ਕਾਗਜ਼ 'ਚ ਕੀ ਲਿਖਿਆ। ਜਬ ਲਿਖਿਓ ਸੁਨ ਪਾਵਾ। ਜੋ ਲਿਖਿਆ ਸੀ ਉਸ ਜਦੋਂ ਮਹਾਰਾਜ ਜੀ ਦੇ ਸਮੇਤ ਸਭ ਨੇ ਸੁਣਿਆ। ਆਨ ਗਊ ਕੀ ਸਹਿ ਨ ਸਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਪਾਈ ਹੋਈ ਸੀ ਗਊ ਦੀ। ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਗਊ ਬਣ ਕੇ ਹੁਣ ਸ਼ਰਨ 'ਚ ਆਏ ਹਨ। ਤਤ ਛਿਨ ਕੀਨ ਤਿਆਰੀ। ਤਤ ਛਿਨ ਮਹਾਰਾਜ ਜੀ ਨੇ ਉਸੇ ਵੇਲੇ ਹੁਕਮ ਕੀਤਾ ਤਿਆਰੀ ਕਰੋ ਭਾਈ ਆਨੰਦਪੁਰ ਸਾਹਿਬ ਤੋਂ ਚੱਲੀਏ। ਨਾਲੇ ਸਿੱਖਾਂ ਨੂੰ ਪ੍ਰੇਰਣਾ ਵੀ ਕਰਨੀ ਸੀ ਭਾਈ ਗੁਰਸਿੱਖੋ ਇਹਨਾਂ ਦਾ ਕਪਟ ਵੀ ਵਿਖਾਣਾ ਸੀ ਨਾ। ਆਉਣ ਵਾਲੇ ਸਮੇਂ 'ਚ ਕਪਟ ਇਹਨਾਂ ਨੇ ਫੇਰ ਕਰਨੇ ਸਨ। ਮਹਾਰਾਜ ਜੀ ਨੇ ਵਿਖਾਉਣਾ ਸੀ ਵੇਖੋ ਕਿੰਨੇ ਕਪਟੀ ਨੇ ਹੁਣ ਗਊਆਂ ਬਣ ਕੇ ਆਏ ਨੇ ਮੁੜ ਕੇ ਸ਼ੇਰ ਮੂੰਹ ਬਣ ਕੇ ਹਮਲਾ ਕਰਨਗੇ। ਪਹਿਲਾਂ ਗਊਆਂ ਦਾ ਮੂੰਹ ਬਣ ਕੇ ਆਏ ਨੇ ਮੁੜ ਕੇ ਇਹਨਾਂ ਨੇ ਸ਼ੇਰ ਬਣ ਕੇ ਆਪਣੀਆਂ ਸ਼ਕਲਾਂ ਵਿਖਾਉਣੀਆਂ ਨੇ ਹਮਲਾ ਕਰਨ ਲਈ। ਪਰ ਹੁਣ ਧਰਮ ਵੀ ਹੈ ਵੀ ਜੇ ਗਊ ਬਣ ਕੇ ਆਏ ਨੇ ਮੂੰਹ 'ਚ ਘਾਹ ਪਾ ਕੇ ਇੱਕ ਹਿਸਾਬ ਨਾਲ ਦੀਨ ਬਣ ਕੇ ਤੇ ਫਿਰ ਆਨ ਪਾ ਰਹੇ ਨੇ ਗਊ ਦੀ ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਤਿਆਰੀ ਕਰੋ ਆਨੰਦਪੁਰ ਸਾਹਿਬ ਤੋਂ ਚੱਲੀਏ। ਕੂਚ ਕਰਨ ਕੋ ਬਜਿਓ ਦਮਾਮਾ। ਨਗਾਰੇ ਤੇ ਚੋਭਾਂ ਵੱਜੀਆਂ ਸਭ ਕੇ ਸ਼ੁੱਧ ਧੁਨ ਡਾਰੀ। ਜਦੋਂ ਕੂਚ ਦੇ ਨਗਾਰੇ ਦੀ ਚੋਭ ਸਭ ਨੇ ਸੁਣੀ। ਗਜ ਬਾਜਨ ਪਰ ਜ਼ੀਨ ਪਵਾਏ। ਸੁਣਦਿਆਂ ਸਾਰਿਆਂ ਨੇ ਘੋੜਿਆਂ ਤੇ ਹਾਥੀਆਂ ਤੇ ਕਾਠੀਆਂ ਤੇ ਹੋਦੇ ਪਾ ਲਏ। ਕਰਿਓ ਤਿਆਰ ਸਰਬੰਸਾ। ਸਾਰਿਆਂ ਨੇ ਤਿਆਰੀਆਂ ਕਰ ਲੀਆਂ ਰਚ ਲਈਆਂ। ਉਹਦੇ ਸਿੰਘ ਅਰ ਆਦ ਦਇਆ ਸਿੰਘ। ਭਾਈ ਉਹਦੇ ਸਿੰਘ ਤੇ ਆਦਿਕ ਭਾਈ ਦਇਆ ਸਿੰਘ ਜੀ ਮਿਲੇ ਬ੍ਰਿੰਦ ਜਿਮ ਹੰਸਾ। ਜਿਵੇਂ ਹੰਸ ਹੁੰਦੇ ਆ ਨਾ ਏਦਾਂ ਮਿਲ ਕੇ ਮਹਾਰਾਜ ਜੀ ਕੋਲ ਆਏ। ਚਰਨ ਸਰੋਜਨ ਪਰ ਕਰ ਬੰਦਨ। ਸਤਿਗੁਰਾਂ ਦੇ ਪਵਿੱਤਰ ਚਰਨ ਕਵਲਾਂ ਤੇ ਆ ਕੇ ਇਹਨਾਂ ਨੇ ਬੰਦਨਾ ਕੀਤੀ ਹੈ। ਹੱਥ ਬੰਦ ਕਰ ਭਾਖਾ। ਹੱਥ ਬੰਨ ਕੇ ਜੋੜ ਕੇ ਮੇਰੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ ਪ੍ਰਭ ਜੀ ਕਿਮ ਤਿਆਰੀ ਕਰਵਾਈ। ਕਹਿਣ ਲੱਗੇ ਹੈ ਪ੍ਰਭੂ ਜੀ ਅਚਨ ਚੇਤ ਆਪ ਜੀ ਨੇ ਤਿਆਰੀ ਕਿਵੇਂ ਕਰਾ ਲਈ। ਕਹਾਂ ਚਲਨ ਅਭਿਲਾਖਾ। ਪਾਤਸ਼ਾਹ ਜੀ ਆਪ ਜੀ ਨੇ ਚੱਲਣ ਦੀ ਕੀ ਅਭਿਲਾਖਾ ਕਰ ਲਈ ਹੈ। ਕਾਚੀ ਮਤ ਕੇ ਕੁਮਤ ਭਾਰੀ। ਇਹ ਤਾਂ ਪਹਾੜੀਏ ਕੱਚੀ ਮੱਤ ਵਾਲੇ ਖੋਟੀ ਮੱਤ ਵਾਲੇ ਹਨ। ਤਿਨੋਂ ਪ੍ਰਪੰਚ ਪਸਾਰਾ। ਇਹ ਤਾਂ ਇਹਨਾਂ ਦਾ ਰਚਿਆ ਛਲ ਹੈ ਮਹਾਰਾਜ ਇਹਨਾਂ ਪਹਾੜੀਆਂ ਦਾ ਕਪਟ ਹੈ। ਅਪ ਜਸ ਜਗ ਮੈਂ ਲੱਜਿਤ ਖਿਜੇ। ਕਿਉਂਕਿ ਇਹਨਾਂ ਦਾ ਸਾਰੇ ਜਗ ਚ ਅਪਜਸ ਹੋ ਰਿਹਾ ਅਨਾਦਰ ਹੋ ਰਿਹਾ ਤੇ ਸ਼ਰਮਿੰਦਾ ਹੋ ਰਹੇ ਨੇ ਖਿਜੇ ਹੋਏ ਨੇ ਪਹਾੜੀਏ। ਤੁਮ ਕੋ ਚੈਤ ਨਿਕਾਰਾ। ਤੇ ਤੁਹਾਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦੇ ਨੇ ਮਲੇਛ। ਪਾਪ ਪੁੰਨ ਦੁੱਖ ਸੁਖ ਏ ਦੁੰਦ ਜੋ। ਪਾਪ ਪੁੰਨ ਦੁੱਖ ਸੋਖੇ ਜਿੰਨੇ ਵੀ ਦਵੰਦ ਭਾਵ ਹਨ। ਹਰਖ ਸੋਗ ਨੈ ਦੋ। ਹਰਖ ਸੋਗੇ ਤੁਹਾਨੂੰ ਨਹੀਂ ਵਿਆਪਦਾ ਮਹਾਰਾਜ। ਜੇ ਕੋਈ ਆਖੇ ਵੀ ਗੁਰੂ ਸਾਹਿਬ ਨੂੰ ਗਊ ਦੀ ਆਣ ਪਾਈ ਇਹਦਾ ਪਾਪ ਲੱਗੇਗਾ ਮਹਾਰਾਜ ਤੁਹਾਨੂੰ ਥੋੜੀ ਲੱਗਣਾ ਪਾਪ। ਨਾ ਤੁਹਾਨੂੰ ਪਾਪ ਵਿਆਪਦਾ ਨਾ ਪੁੰਨ ਵਿਆਪਦਾ ਨਾ ਹਰਖ ਨਾ ਸੋਗ। ਗੁਰੂ ਪੁਰਖ ਕੋ ਤੈ ਥਲ ਬਾਸਾ। ਕਿਉਂਕਿ ਗੁਰੂ ਪੁਰਖ ਦਾ ਉਸ ਥਾਂ ਤੇ ਵਾਸਾ ਹੈ ਜਹਾਂ ਨਾ ਪਹੁੰਚੇ ਕੋ। ਜਿੱਥੇ ਕੋਈ ਨਹੀਂ ਪਹੁੰਚ ਸਕਦਾ। ਇਹ ਪਾਪ ਪੁੰਨ ਹਰਖ ਸੋਗ ਉੱਥੇ ਨਹੀਂ ਪਹੁੰਚ ਸਕਦੇ। ਇਮ ਸ਼ਤਰੂ ਕੀ ਸ਼ਪਤ ਦਏ ਤੇ। ਮਹਾਰਾਜ ਦੁਸ਼ਮਣਾਂ ਵੱਲੋਂ ਕਸਮ ਦੇਣ ਦੇ ਉੱਤੇ ਉਚਿਤ ਨ ਕਿਤੋਂ ਜਾਣਾ। ਕਿਤੇ ਜਾਣਾ ਸਾਡੇ ਲਈ ਉਚਿਤ ਨਹੀਂ ਹੈ ਯੋਗ ਨਹੀਂ ਹੈ। ਦੁਸ਼ਮਣ ਦੀ ਕਸਮ ਤੇ ਕੀ ਭਰੋਸਾ ਕਰਨਾ ਹੋਇਆ ਮਹਾਰਾਜ। ਪਰ ਪਾਤਸ਼ਾਹ ਨੇ ਵਿਖਾਉਣਾ ਸੀ ਵੀ ਜੇ ਭਰੋਸਾ ਕਰੋਗੇ ਵੀ ਫਿਰ ਵੀ ਇਹ ਦਗੇਬਾਜ਼ੀ ਕਰਨਗੇ। ਉਹ ਵਿਖਾਣਾ ਸੀ ਪ੍ਰਗਟ ਕਰਕੇ ਗੁਰਦੇਵ ਨੇ ਖਾਲਸੇ ਨੂੰ
ਦੋਖੀ ਤੁਮਰੇ ਪਾਪ ਮਤੀ ਨਿਤ। ਮਹਾਰਾਜ ਇਹ ਦੋਖੀ ਨੇ ਤੁਹਾਡੇ ਪਾਪਾਂ ਵਾਲੀ ਖੋਟੀ ਮੱਤ ਹੈ ਨਾ ਮਲੇਛਾਂ ਦੀ, ਪਹਿ ਫਲ ਹੋਏ ਹਾਨਾ। ਇਹਦਾ ਫਲ ਇਹਨਾਂ ਨੂੰ ਜ਼ਰੂਰ ਪ੍ਰਾਪਤ ਹੋਵੇਗਾ, ਇਹ ਖਤਮ ਹੋ ਜਾਣਗੇ ਰਾਜੇ ਪਹਾੜੀਏ। ਸ਼ਪਤ ਦੋਸ਼ ਤੁਮ ਲਗੇ ਨ ਕੋ। ਮਹਾਰਾਜ ਜਿਹੜੀ ਇਹਨਾਂ ਨੇ ਸ਼ਪਤ ਪਾਈ ਆਪ ਜੀ ਨੂੰ ਆਣ ਪਾਈ ਹੈ ਗਊ ਦੇ, ਦਾ ਤੁਹਾਨੂੰ ਕੋਈ ਦੋਸ਼ ਨਹੀਂ ਲੱਗਣਾ। ਨੈ ਤਜੀਏ ਪੁਰ ਧਾਮਾ। ਤੁਸੀਂ ਆਪਣਾ ਘਰ ਸ੍ਰੀ ਆਨੰਦਪੁਰ ਸਾਹਿਬ ਨਾ ਛੱਡੋ ਮਹਾਰਾਜ, ਇਹ ਸਾਡੀ ਬੇਨਤੀ ਹੈ। ਪੀਛੇ ਪ੍ਰਬਲ ਹੋਏ ਰਿਪ ਪਰ ਹੈ। ਮਹਾਰਾਜ ਜੇ ਆਪਾਂ ਜਾਵਾਂਗੇ ਤੇ ਨਾ ਪਹਾੜੀਆਂ ਦਾ ਛਲ ਬਾਹਰ ਆ ਜਾਣਾ ਹੈ। ਇਹਨਾਂ ਨੇ ਪ੍ਰਬਲ ਹੋ ਕੇ ਪਿੱਛੋਂ ਹਮਲਾ ਕਰਨਾ ਹੈ। ਲਾਖੋਂ ਸੰਗਰ ਕਾਮਾ। ਮਹਾਰਾਜ ਫਿਰ ਸੰਗਰ ਹੋਵੇਗਾ, ਜੰਗ ਹੋਵੇਗਾ। ਜੇ ਆਪਾਂ ਨਗਰ ਤੋਂ ਬਾਹਰ ਹੋਵਾਂਗੇ ਰੜੇ ਤੇ, ਫਿਰ ਲੜਨ ਵਾਸਤੇ ਵੀ ਆਪਾਂ ਨੂੰ ਦਿੱਕਤ ਆਵੇਗੀ। ਸੁਨ ਕਲਗੀਧਰ ਸਭ ਸੁਨ ਭਾਖਿਓ। ਜਦੋਂ ਭਾਈ ਦਇਆ ਸਿੰਘ ਹੋਣਾ ਨੇ ਸਿੰਘਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਗਤ ਸੁਆਮੀ ਜੀ ਬੋਲੇ, ਕਹੇ ਜਥਾਰਤ ਬਾਤੀ। ਆਖਿਆ ਭਾਈ ਦਇਆ ਸਿੰਘ ਜੀ ਤੁਸੀਂ ਜੋ ਜੋ ਬਚਨ ਕਿਹਾ ਬਿਲਕੁਲ ਯਥਾਰਥ ਇਸੇ ਤਰ੍ਹਾਂ ਹੀ ਹੈ, ਜੋ ਤੁਸੀਂ ਕਿਹਾ ਬਿਲਕੁਲ ਸੱਚ ਕਿਹਾ ਹੈ। ਤਉ ਵਿਚਾਰੋ ਲਾਖੋਂ ਸ਼ਤਰੂ। ਪਰ ਫਿਰ ਵੀ ਵਿਚਾਰ ਕਰਨ ਯੋਗ ਹੈ ਕਿ ਅੱਜ ਲੱਖਾਂ ਦੁਸ਼ਮਣ ਜਿਹੜੇ ਪਹਾੜੀ ਰਾਜੇ ਹਨ, ਹਾਰ ਪਰੇ ਸਭ ਭਾਂਤੀ। ਉਹ ਲੱਖਾਂ ਦੁਸ਼ਮਣ ਅੱਜ ਗਊ ਬਣ ਕੇ ਸਾਡੇ ਅੱਗੇ ਹਾਰ ਗਏ ਨੇ, ਖਾਲਸੇ ਅੱਗੇ ਹਾਰ ਗਏ ਨੇ। ਉਹ ਲੱਖਾਂ ਦੁਸ਼ਮਣ ਅੱਜ ਹਾਰ ਹੀ ਮੰਨੀ ਆ ਨਾ, ਜਦੋਂ ਗਊ ਹੀ ਆਟੇ ਦੀ ਭੇਟ ਕਰ ਦਿੱਤੀ ਵੀ ਅਸੀਂ ਗਊਆਂ ਆ, ਏਦਾਂ ਗਊਆਂ ਬਣ ਕੇ ਹੀ ਆ ਗਏ, ਸ਼ਰਨ ਦੇ ਵਿੱਚ ਹਾਰ ਗਏ। ਤਜੇ ਸ਼ਸਤਰ ਖਗ ਤੋਪ ਤੁਪਕ ਸਰ। ਇਹਨਾਂ ਨੇ ਆਪਣੇ ਸ਼ਸਤਰ ਤੋਪਾਂ ਬੰਦੂਕਾਂ ਤੇਗਾਂ ਛੱਡ ਦਿੱਤੀਆਂ ਹਨ, ਪਏ ਦੀਨ ਕੀ ਗਿਆਏ। ਔਰ ਦੀਨ ਹੋ ਕੇ ਗਊਆਂ ਬਣ ਕੇ ਘਿਆਏ ਨੇ ਸਾਡੇ ਅੱਗੇ। ਪਰ ਉਪਾਏ ਬਨਿਓ ਨੈ ਕੋ। ਉਹਨਾਂ ਕੋਲੋਂ ਕੋਈ ਹੋਰ ਉਪਾਅ ਨਹੀਂ ਬਣ ਸਕਿਆ ਸਾਡੇ ਨਾਲ ਲੜਨ ਦਾ। ਬਲ ਕੋ ਤਜ ਸਮੁਦਾਏ। ਤੇ ਆਪਣਾ ਬਲ ਛੱਡ ਕੇ ਨਿਮਾਣੀਆਂ ਗਊਆਂ ਬਣ ਕੇ ਆ ਗਏ। ਹੋਏ ਰੰਕ ਸਮਦਈ ਸਪਤ ਗੋ। ਔਰ ਨਿਰੰਕਾ ਸਮਾਨ ਹੋ ਕੇ ਬਿਲਕੁਲ ਨਿਪਾਣੇ ਨਿਰਧਨ ਹੋ ਕਰਕੇ ਨਿਰਬਲ ਹੋ ਕਰਕੇ ਗਊ ਦੀ ਆਣ ਸਾਨੂੰ ਦਿੱਤੀ ਹੈ ਜੇ ਰਾਜ ਸਮਾਜਾ। ਤੇ ਕਹਿੰਦੇ ਲਾਨਤ ਹੈ ਇਹਨਾਂ ਦੇ ਇਹੋ ਜਿਹੇ ਰਾਜ ਸਮਾਜ ਤੇ ਜਿਹੜੇ ਰਾਜ ਕਰਦੇ ਹਨ। ਹੈਫ ਦਾ ਮਤਲਬ ਲਾਨਤ ਹੈ, ਤਰਕਾਰ ਹੈ ਇਹਨਾਂ ਦੇ ਰਾਜ ਸਮਾਜ ਦੇ ਉੱਤੇ, ਵੱਡੇ ਛਤਰੀ ਰਾਜਿਆਂ ਦੇ। ਮਮ ਜੈਸੇ ਛਤਰੀ ਨਾ ਮਾਨੇ। ਤੇ ਮਹਾਰਾਜ ਜੀ ਕਹਿੰਦੇ ਵੀ ਜੇ ਇਹ ਸਾਡੀ ਸ਼ਰਨ ਚ ਆ ਗਏ ਨੇ ਤੇ ਸਾਡੇ ਵਰਗਾ ਛਤਰੀ ਹੋਵੇ ਤੇ ਫਿਰ ਇਹਨਾਂ ਦੀ ਇਹੋ ਜੀ ਆਣ ਨੂੰ ਨਾ ਮੰਨੇ ਵੀ ਇਹ ਨਿਮਾਣੇ ਬਣ ਕੇ ਆਏ ਹਨ, ਤੇ ਫਿਰ ਗੱਲ ਨਹੀਂ ਬਣਦੀ। ਟੋਪੀ ਨੀਕ ਨਕਾਜਾ। ਸਾਡੇ ਵਰਗਾ ਛਤਰੀ ਹੋਵੇ ਤੇ ਇਹ ਗੱਲ ਨਾ ਮੰਨੇ, ਜਿਵੇਂ ਮਨਾ ਰਹੇ ਨੇ ਆਪਣੀ ਬੇਨਤੀ ਕਰਕੇ ਦੀਨ ਹੋ ਕੇ, ਤੇ ਫਿਰ ਇਹ ਵੀ ਯੋਗ ਨਹੀਂ ਹੈ ਖਾਲਸਾ ਜੀ। ਬਲ ਤੈ ਚਿਓ ਆਨੰਦਪੁਰ ਲੈਬੇ। ਆਨੰਦਪੁਰ ਸਾਹਿਬ ਤਾਂ ਬਲ ਦੇ ਨਾਲ ਲੈਣਾ ਹੈ ਆਪਾਂ, ਚੱਲਿਓ ਨਾ ਬਸ ਕਿਸ ਭਾਂਤੀ। ਇਹ ਵੀ ਬਲ ਨਾਲ ਲੈਣਾ ਚਾਹੁੰਦੇ ਸਨ, ਪਰ ਇਹਨਾਂ ਦਾ ਕੋਈ ਬਲ, ਇਹਨਾਂ ਦਾ ਕੋਈ ਤਾਣ ਚੱਲਿਆ ਨਹੀਂ ਹੈ। ਆਨੰਦਪੁਰ ਸਾਹਿਬ ਸਾਡੇ ਕੋਲੋਂ ਜ਼ੋਰ ਨਾਲ ਨਹੀਂ ਲੈ ਸਕੇ। ਅਬ ਨਿਰਬਲਤਾ ਧਾਰੇ ਅਬਿਲਾਖੇ। ਹੁਣ ਨਿਰਬਲ ਕਮਜ਼ੋਰ ਹੋ ਕੇ ਇਹ ਸਾਡੇ ਅੱਗੇ ਸ਼ਰਨ ਵਿੱਚ ਆਏ ਨੇ ਗਊਆਂ ਬਣ ਕੇ। ਸਭ ਸੈਲਪ ਬਲ ਸ਼ਾਂਤੀ। ਇਹਨਾਂ ਸਾਰੇ ਪਹਾੜੀਆਂ ਦਾ ਬਲ ਸ਼ਾਂਤ ਹੋ ਗਿਆ ਹੈ। ਜੇ ਹਮ ਤੇਨ ਸ਼ਪਤ ਨੇ ਮਾਨੇ। ਮਹਾਰਾਜ ਜੀ ਕਹਿੰਦੇ ਜੇ ਹੁਣ ਅਸੀਂ ਇਸ ਧੇਨ ਦੀ ਸ਼ਪਤ ਨੂੰ ਆਣ ਨੂੰ ਨਾ ਮੰਨਿਆ, ਆਨ ਕੌਣ ਤਬ ਮਾਨੇ। ਤੇ ਫਿਰ ਕੌਣ ਆਨ ਨੂੰ ਮੰਨੇਗਾ। ਦਇਆ ਸਿੰਘ ਚਿਤ ਸਮਝ ਵਿਚਾਰੋ। ਭਾਈ ਦਇਆ ਸਿੰਘ ਜੀ ਇਸ ਗੱਲ ਨੂੰ ਚਿੱਤ 'ਚ ਸਮਝ ਕੇ ਵਿਚਾਰੋ। ਰਿਪ ਜੀਵਤ ਹੱਥ ਜਾਣੇ। ਇਹ ਸਮਝ ਲਓ ਵੀ ਜੇ ਦੁਸ਼ਮਣ ਏਦਾਂ ਡਿੱਗ ਪਿਆ ਨਾ ਆ ਕੇ ਸ਼ਰਨ ਵਿੱਚ, ਤੇ ਉਹ ਜਿਉਂਦਾ ਹੀ ਮਰਿਆਂ ਦੇ ਬਰਾਬਰ ਹੋ ਗਿਆ। ਹੁਣ ਇਹਨਾਂ ਮਰਿਆਂ ਨੂੰ ਕੀ ਮਾਰੀਏ, ਜਿਹੜੇ ਮਾਰੀ ਗਏ ਨੇ ਆ ਕੇ ਡਿੱਗ ਹੀ ਗਏ ਨੇ, ਆਟੇ ਦੀ ਗਊ ਬਣਾ ਕੇ ਰੱਖ ਕੇ ਆਣ ਪਾ ਰਹੇ ਨੇ। ਹੁਣ ਦੁਸ਼ਮਣ ਜਦੋਂ ਮਾਰੀ ਗਿਆ ਡਿੱਗ ਕੇ ਆ ਕੇ, ਤੇ ਫਿਰ ਹੁਣ ਇਸ ਮਰਿਆਂ ਨੂੰ ਕੀ ਮਾਰੀਏ। ਰਾਜਨ ਕੋ ਜੀਵਨ ਅਬ ਤ੍ਰਿਗ ਹੈ। ਇਹੋ ਜਿਹੇ ਛਤਰੀ ਰਾਜਿਆਂ ਦਾ ਜੀਵਨਾ ਹੀ ਤਰਕਾਰ ਹੈ ਕਿ ਜਿਨ੍ਹਾਂ ਨੇ ਲੜਨ ਦੀ ਬਜਾਏ ਗਊਆਂ ਬਣ ਕੇ ਮੂੰਹ 'ਚ ਘਾਹ ਪਾ ਕੇ ਇੱਕ ਵਾਰੀ ਸ਼ਰਨ ਚ ਆਉਣਾ ਪਸੰਦ ਕੀਤਾ ਹੈ। ਸ਼ਸਤਰ ਗਹਿਨ ਤ੍ਰਿਗ ਹੋਈ। ਆ ਸ਼ਰਨ ਚ ਆਉਣ ਦਾ ਵੀ ਪ੍ਰਕਾਰ, ਜੇ ਉਦਾਂ ਆਉਂਦੇ ਸ਼ਰਨ ਚ ਤੇ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਰਾਜ ਭਾਗ ਬਖਸ਼ ਦੇ, ਪਰ ਇਹ ਛਲ ਨਾਲ ਵੀ ਆ ਰਹੇ ਨੇ।
ਫਿਰ ਗਊਆਂ ਬਣ ਕੇ ਆ ਰਹੇ ਨੇ। ਕਹਿੰਦੇ ਇਹਨਾਂ ਦਾ ਰਾਜ ਭਾਗ ਨਹੀਂ ਰਹਿਣਾ ਖਾਲਸਾ ਜੀ, ਇਹਨਾਂ ਦੇ ਰਾਜ ਭਾਗ ਬਿਨਸ ਜਾਣੇ ਨੇ, ਰਾਜ ਕਰਨ ਦੇ ਹੱਕਦਾਰ ਹੀ ਨਹੀਂ ਹਨ ਇਹੋ ਜਿਹੇ ਰਾਜੇ। हमरो तो आनंदपुर घर है। ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ ਤਾਂ ਸਾਡਾ, ਇਹ ਤਾਂ ਸਾਡਾ ਘਰ ਹੈ, ਤੇ ਸਾਡੇ ਘਰ ਦੇ ਵਿੱਚੋਂ ਸਾਨੂੰ ਭਲਾ ਕੌਣ ਕੱਢ ਸਕਦਾ? ਇੱਥੇ ਤਾਂ ਸਾਡਾ ਸदैवी ਵਾਸਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਸਾਡਾ ਘਰ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਇੱਥੇ ਸਾਡਾ ਸदैवी ਵਾਸਾ, ਇੱਥੇ ਸਾਡੀ ਮਰਜ਼ੀ ਤੋਂ ਬਿਨਾਂ ਸਾਨੂੰ ਕੌਣ ਕੱਢ ਸਕਦਾ? ਜਦੋਂ ਮਰਜ਼ੀ ਇੱਥੇ ਅਸੀਂ ਆਈਏ, ਜਦੋਂ ਮਰਜ਼ੀ ਜਾਈਏ। ਜਦੋਂ ਆਨੰਦਪੁਰ ਸਾਹਿਬ ਛੱਡ ਕੇ ਵੀ ਆਏ ਨੇ ਨਾ, ਤੇ ਭਾਈ ਚੋਪਾ ਸਿੰਘ ਹੋਣਾ ਪੁੱਛਿਆ ਸੀ ਮਹਾਰਾਜ, ਬਾਬਾ ਅਜੀਤ ਸਿੰਘ ਜੀ ਪੁੱਛਦੇ ਆ ਮੁੜ ਆਵਾਂਗੇ? ਕਹਿੰਦੇ ਹਾਂ, ਹੋਲੇ ਮਹੱਲੇ ਦੇ ਸਮਾਗਮ ਤੇ ਹਰ ਸਾਲ ਆਇਆ ਕਰਾਂਗੇ, ਖਾਲਸੇ ਵਿੱਚ ਵਰਤਿਆ ਕਰਾਂਗੇ। ਇੱਥੇ ਸਾਡਾ ਸदैवी ਵਾਸਾ ਹੈ, इसमें अपर न कोई, ਇਹਦੇ ਵਿੱਚ ਹੋਰ ਕੋਈ ਨਹੀਂ ਵਸ ਸਕਦਾ। चिंता करो ना धर्म तरो निज। ਇਹ ਕੋਈ ਪਹਾੜੀਆ ਤੇ ਕਾਬਜ ਨਹੀਂ ਹੋ ਸਕੇਗਾ। ਚਿੰਤਾ ਨਾ ਕਰੋ ਆਪਣੇ ਹਿਰਦੇ 'ਚ, ਤੁਸੀਂ ਆਪਣੇ ਧਰਮ ਦੀ, ਸਾਡਾ ਧਰਮ ਜਿਹੜਾ ਸ਼ਰਨ ਆਏ ਨੇ ਗਊਆਂ ਬਣ ਕੇ, ਤੇ ਇਹਨਾਂ ਦੀ ਆਨ ਜਿਹੜੀ ਹੈ ਉਹ ਮੰਨਣੀ, ਇਹਦਾ ਸਾਡਾ ਧਰਮ ਹੈ। सब किछ तुमरे हाथा, ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਐਸਾ ਨਹੀਂ ਹੈ ਕਿ ਆਪਣੇ ਹੱਥ ਵਿੱਚ ਕੁਝ ਨਹੀਂ ਖਾਲਸਾ ਜੀ, ਸਭ ਕੁਝ ਤੁਹਾਡੇ ਹੱਥ ਵਿੱਚ ਹੈ। जग में अपजस राजन केरा, ਸਾਰੇ ਜਗਤ ਵਿੱਚ ਇਹਨਾਂ ਰਾਜਿਆਂ ਦਾ ਆਪਜਸ ਹੋਣਾ। मरे नरक दुख साथा, ਇਹ ਮਰਨਗੇ ਦੁੱਖ ਸਹਿਤ ਤੇ ਅੱਗੇ ਨਰਕਾਂ ਦੇ ਵਿੱਚ ਗਾਮੀ ਹੋਣਗੇ। कै इत्यादिक बहु समझाए। ਇਹ ਤਾਂ ਬਚਨ ਕਰਕੇ ਮਹਾਰਾਜ ਜੀ ਨੇ ਸਿੰਘਾਂ ਨੂੰ ਇਹ ਸਾਰੀ ਵਾਰਤਾ ਸਮਝਾਈ। और न सिंगन पाखा, ਮੁੜ ਕੇ ਸਿੰਘਾਂ ਨਹੀਂ ਆਖਿਆ ਮਹਾਰਾਜ ਆਪਾਂ ਨਹੀਂ ਜਾਣਾ। ਜੇ ਸਤਿਗੁਰਾਂ ਸਮਝਾਇਆ ਤੇ ਫਿਰ ਸਿੰਘਾਂ ਵੀ ਸਤ ਬਚਨ ਕਹਿ ਦਿੱਤਾ। कारण करण ਸਰਬ ਮੈਂ ਸਮਰਥ, ਜਾਣਦੇ ਨੇ ਕਿ ਸਤਿਗੁਰੂ ਜੀ ਕਾਰਨ ਰੂਪ ਵੀ ਨੇ ਤੇ ਕਰਨ ਵਾਲੇ ਵੀ ਨੇ, ਔਰ ਸਰਬ ਕਲਾ ਸਮਰੱਥ ਹਨ। ਕਰੋ ਜਥਾ ਅਭਿਲਾਖਾ, ਮਹਾਰਾਜ ਜਿਵੇਂ ਆਪ ਜੀ ਦੀ ਅਭਿਲਾਖਾ ਹੋਵੇ, ਆਪ ਜੀ ਉਸੇ ਤਰ੍ਹਾਂ ਕਰੋ। ਸਕਲ ਸਮਾਜ ਸਾਥ ਲੈ ਸਤਗੁਰ, ਸਾਰਾ ਸਾਜ ਸਮਾਜ ਜੋ ਲੜੀਂਦਾ ਸੀ ਮਹਾਰਾਜ ਜੀ ਨੇ ਨਾਲ ਲੈ ਲਿਆ। ਸੈਨਾ ਸਿੰਘਨ ਕੇਰੀ, ਸਾਰੀਆਂ ਫੌਜਾਂ ਗੁਰਦੇਵ ਨੇ ਸਿੰਘਾਂ ਦੀਆਂ ਨਾਲ ਲੈ ਲਈਆਂ। ਭਏ ਤਿਆਰ ਆਨੰਦਪੁਰ ਛੋਰਨ, ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਲਈ ਤਿਆਰ ਹੋਏ ਕਲਗੀਧਰ ਜੀ। ਯਾ ਅਰੂੜ ਤਿਸ ਬੇਰੀ, ਘੋੜੇ ਤੇ ਸਾਹਿਬ ਜੀ ਸਵਾਰ ਹੋਏ। ਇੱਕ ਧਰਤੀ ਹੋਰ ਹੈ ਜਿਹੜੀ ਪੁਕਾਰ ਕਰ ਰਹੀ ਸੀ, ਇਹ ਬਾਜਾਂ ਵਾਲੇ ਚੋਜੀ ਪ੍ਰੀਤਮ ਮੇਰੇ ਨੇੜੇ ਰਹਿੰਦੇ ਹੋ, ਕਦੇ ਮੈਨੂੰ ਵੀ ਆ ਕੇ ਪਵਿੱਤਰ ਕਰੋ, ਪਾਵਨ ਕਰੋ। ਮਾਨੋ ਧਰਤੀ ਦੀ ਪੁਕਾਰ ਸੁਣ ਕੇ ਉੱਥੇ ਜਾਣਾ ਹੈ। ਨਿਕਸ ਚਲੇ ਜਬ ਬਜਿਓ ਦਮਾਮਾ, ਪਾਤਸ਼ਾਹ ਨਿਕਲ ਕੇ ਚੱਲੇ ਨੇ ਜਦੋਂ ਨਗਾਰਾ ਵੱਜਿਆ। ਆਗੇ ਪਏ ਗੁਸਾਈ, ਸਭ ਤੋਂ ਮੂਹਰੇ ਕਲਗੀਧਰ ਪਾਤਸ਼ਾਹ ਜਾ ਰਹੇ ਹਨ। ਪਰ ਕਿਸੂ ਕੇ ਨੇ ਮਨ ਭਾਵੇ, ਬਾਕੀ ਸਿੰਘਾਂ ਨੂੰ ਨਹੀਂ ਪਿਆ ਚੰਗਾ ਲੱਗਦਾ ਜਾਣਾ, ਹੋਰ ਨਹੀਂ ਕਿਸੇ ਦੇ ਮਨ ਨੂੰ ਭਾ ਰਿਹਾ। ਘਰ ਤਿਆਗਨ ਸਮੁਦਾਈ, ਫਿਰ ਸਾਰਾ ਨਗਰ ਛੱਡ ਕੇ ਜਾਣਾ ਪੈ ਰਿਹਾ। ਇਹ ਗੱਲ ਕਿਸੇ ਨੂੰ ਪਸੰਦ ਨਹੀਂ ਪਈ ਆਉਂਦੀ। ਇਤਨੇ ਲੜੇ ਮਰੇ ਸੰਗ ਸ਼ਸਤਰਨ, ਕਹਿੰਦੇ ਕਿੰਨੇ ਯੋਧੇ ਜੰਗ ਦੇ ਮੈਦਾਨ ਵਿੱਚ ਲੜੇ ਤੇ ਸ਼ਹੀਦੀਆਂ ਪਾਏ, ਉਹਨਾਂ ਆਨੰਦਪੁਰ ਸਾਹਿਬ ਨਹੀਂ ਛੱਡਿਆ। ਬਲ ਕਰ ਪੁਰ ਕੋ ਰਾਖਾ, ਔਰ ਬਲ ਕਰਕੇ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਛੁਡਾਣ ਨਹੀਂ ਦਿੱਤਾ ਪਹਾੜੀਆਂ ਕੋਲੋਂ। ਆਨੰਦਪੁਰ ਸਾਹਿਬ ਛੁਡਾ ਨਹੀਂ ਸਕੇ ਪਹਾੜੀਏ, ਗੁਰਦੇਵ ਨੇ ਆਪਣੇ ਬਲ ਨਾਲ ਰੱਖਿਆ। ਅਬ ਸੁਖੇ ਨਹੀਂ ਤਜ ਕਰ ਗਮਨੇ, ਤੇ ਅੱਜ ਬਿਨਾ ਕਿਸੇ ਬਲ ਤੋਂ ਹੀ ਦੁਸ਼ਮਣ ਦਾ ਕੋਈ ਜ਼ੋਰ ਨਹੀਂ, ਹੱਥ ਜੋੜ ਕੇ ਬੇਨਤੀ ਕੀਤੀ ਤੇ ਸੌਖੇ ਢੰਗ ਨਾਲ ਹੀ ਚਲੇ ਗਏ। 3 ਲੱਖ ਫੌਜ ਲੈ ਕੇ ਆਏ, ਉਦੋਂ ਨਹੀਂ ਛੱਡਿਆ ਆਨੰਦਪੁਰ ਸਾਹਿਬ। ਤੇ ਅੱਜ ਸੁਖੈਨ ਹੀ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਨੇ। ਕਹਾਂ ਗੁਰੂ ਅਭਿਲਾਖਾ, ਖਬਰੇ ਗੁਰੂ ਪਾਤਸ਼ਾਹ ਦੇ ਮਨ ਦੀ ਕੀ ਅਭਿਲਾਖ ਹੈ, ਕੀ ਮਨਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿੱਤ ਦੀ, ਕਿਉਂ ਜਾ ਰਹੇ ਨੇ, ਕੀ ਕਾਂਖਾ ਹੋ ਸਕਦੀ ਹੈ ਗੁਰਦੇਵ ਦੇ ਮਨ ਦੀ। ਪਰ ਸਿੱਖਾਂ ਨੂੰ ਨਹੀਂ ਸੀ ਪਤਾ ਕਿ ਗੁਰਦੇਵ ਉਸ ਧਰਤੀ ਤੇ ਜਾ ਰਹੇ ਨੇ ਜਿੱਥੇ ਜਾ ਕੇ ਗੁਰਦੇਵ ਨੇ ਬੇਅੰਤ ਬਾਣੀ ਦੀ ਰਚਨਾ ਕਰਨੀ ਹੈ, ਜਿੱਥੇ ਜਾ ਕੇ ਗੁਰਸਿੱਖਾਂ ਦੇ ਨਿਤਨੇਮ ਦੀ ਪਾਵਨ ਬਾਣੀ ਦੀ ਰਚਨਾ, ਚੌਪਈ ਸਾਹਿਬ ਦੀ ਰਚਨਾ ਕਰਨੀ ਹੈ। ਗੁਰਦੁਆਰਾ ਸ੍ਰੀ ਬਿਪੌਰ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਉਸ ਪਾਸੇ ਜਾਣਾ ਸੀ। ਇਸ ਕਰਕੇ ਸਿੰਘਾਂ ਨੂੰ ਹਾਲੇ ਇਸ ਗੱਲ ਦਾ ਖਿਆਲ ਨਹੀਂ ਸੀ। ਪਰ ਮਹਾਰਾਜ ਜੀ ਦੀ ਰਮਜ ਮੇਰੇ ਸਤਿਗੁਰੂ ਜਾਣਦੇ ਨੇ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पुरन हे सर्वमय हे संगी हे निरंकार हे गोविंद हे गुण निधान हे अपरंपर हर हरे हे संत कै सदा संग हे ठाकुर हो दासरो नानक दीजै नाम दान आए प्रभ शरणागति एक अखर हर मन बस्त निहाल। वाहिगुरु नाम जहाज है चढ़े सो तेरे पार जो शरदा कर सेवंदे गुर पारे उतार निहार। वाहिगुरु नाम जहाज है चढ़े सो तेरे पार जो शरदा कर सेवंदे गुर पारे उतार निहार। वाहिगुरु जी का खालसा वाहिगुरु जी की फतेह।